वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वड भागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव पातशाह महाराज जी का है। प्रसंग है सतगुरु जी समेर पर्वत तो अगे गए ने, उत्थे एक बहुत लंबी उम्र वाले ऋषि काग पसुंड दे नाल भेंट हुंदी मुलाकात हुंदी है। इस ऋषि दा जिहड़ा शरीर है वो एक पंछी कां वर्गा है। इहदे जिहड़े शिष्य ने वो भी पंछियां वर्गे ने। ये उन्हां नूं प्रभु दी प्रेमा भगती दी कथा सुना रहा सी। कथा समाप्त होई, भाई मरदाने ने गुरु की बाणी का शब्द गायन किया। शब्द की संपूर्णता हुई तो ऋषि ने पूछा भी ये बाणी किहदी है। भाई मरदाने ने दसिया ये बाणी गुरु नानक दी है। इस काग पसुंड ऋषि ने गुरु दे चरना ते मत्था टेकिया, फिर दसिया कि मैनू अगाऊं खबर सी कि तुसी कल युग विच आओगे, रबी अवतार बन के। मैं मन ही मन फैसला किया सी कि जदों तुसी आओगे मैं तुहाडे दर्शन करांगा। पर देव जोग ये संबंध बन गया कि तुसी आप इस पर्वत के उपर आके दर्शन दिते ने। इत्थे फिर इसने सतगुरां तो पूछया भी श्रोते सुनन वाले जिहड़े ने वो किन्नियां किस्मां दे ने। जिवें हुण आप जी सारे इत्थे बैठे हो, बैठे आपां सुनन वास्ते आ, पर साडे सारियां दे सुनन विच फर्क है।
ਕਿਸੇ ਨੂੰ ਰਾਗ ਚੰਗਾ ਲੱਗਦਾ ਹੈ, ਕਿਸੇ ਨੂੰ ਤਾਲ ਚੰਗਾ ਲੱਗਦਾ ਹੈ, ਕਿਸੇ ਨੂੰ ਉਹਨਾਂ ਸਾਜ਼ਾਂ ਦੇ ਵਿੱਚੋਂ ਨਿਕਲਦੀ ਜਿਹੜੀ ਧੁਨੀ ਹੈ, ਟਿਊਨ ਹੈ, ਉਹ ਅੱਛੀ ਲੱਗਦੀ ਹੈ। ਕਈਆਂ ਨੂੰ ਸ਼ਬਦ ਦੇ ਬੋਲ ਅੱਛੇ ਲੱਗਦੇ ਨੇ। ਕਈ ਤਾਂ ਇੱਦਾਂ ਦੇ ਵੀ ਨੇ ਕਿ ਉਹ ਸਿਰਫ ਗਾਉਣ ਵਾਲਿਆਂ ਨੂੰ ਹੀ ਸੁਣਨ ਆਉਂਦੇ ਨੇ, ਵੇਖਣ ਆਉਂਦੇ ਨੇ। ਇਸ ਤੋਂ ਅੱਗੇ ਉਹਨਾਂ ਦਾ ਕੋਈ ਮਨੋਰਥ ਨਹੀਂ ਹੁੰਦਾ। ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਸਰੋਤੇ 5 ਕਿਸਮ ਦੇ ਹੁੰਦੇ ਨੇ। ਕੋਈ ਇਬਾਦਤ ਤੋਂ ਰਸ ਲੈਂਦਾ ਹੈ, ਕਿਸੇ ਦਾ ਧਿਆਨ ਤਾਲ ਵਿੱਚ ਹੁੰਦਾ ਹੈ, ਕਿਸੇ ਦਾ ਸੁਰ ਵਿੱਚ ਹੁੰਦਾ ਹੈ, ਕਿਸੇ ਦਾ ਰਾਗ ਵਿੱਚ ਹੁੰਦਾ ਹੈ। ਉਹ ਵਿਦਵਾਨ ਹੁੰਦੇ ਨੇ, ਉਹਨਾਂ ਨੂੰ ਸਮਝ ਆਉਂਦੀ ਕਿ ਰਾਗ ਕਿਹੜਾ ਹੈ ਤੇ ਰਾਗਣੀ ਕਿਹੜੀ ਹੈ। ਇਹ ਜਦੋਂ ਤੁਸੀਂ ਰਾਗਮਾਲਾ ਕਦੇ ਪੜ੍ਹੋਗੇ, ਸੁਣੋਗੇ, ਫਿਰ ਆਪ ਜੀ ਨੂੰ ਜ਼ਰੂਰ ਸਮਝ ਆਏਗੀ ਕਿ ਖਸ਼ਟ ਰਾਗ ਉਨ ਗਾਏ, ਸੰਗ ਰਾਗਨੀ ਤੀਸ, ਸਭੇ ਪੁੱਤਰ ਰਾਗਨ ਕੇ 18 10 20। ਇਹ ਰਾਗ ਰਤਨ ਪਰਿਵਾਰ ਭਰੀਆਂ, ਇਹ ਬੜਾ ਵੱਡਾ ਪਰਿਵਾਰ ਹੈ। ਰਾਗ ਵੀ ਨੇ, ਰਾਗਣੀਆਂ ਵੀ ਨੇ। ਜੇ ਪੂਰੀ ਰਾਗਮਾਲਾ ਪੜ੍ਹੀਏ ਤਾਂ ਉਹਦੇ ਵਿੱਚ ਰਾਗਾਂ ਦੇ ਪੁੱਤਰਾਂ ਦਾ ਵੀ ਜ਼ਿਕਰ ਕੀਤਾ ਹੈ। ਰਾਗ ਏਕ ਸੰਗ ਪੰਚ ਬਰੰਗਣ, ਸੰਗ ਅਲਾਪੈ ਆਠੋ ਨੰਦਨ। ਨੰਦਨ ਦਾ ਅਰਥ ਪੁੱਤਰ ਹੁੰਦਾ ਹੈ। ਅੱਗੋਂ ਉਹਨਾਂ ਦੇ 8 ਬੱਚੇ ਨੇ ਭਾਈ। ਪਰ ਗੁਰੂ ਜੀ ਨੇ ਸਮਝਾਇਆ ਸੀ ਕਿ ਸਭ ਤੋਂ ਉੱਤਮ ਸਰੋਤਾ, ਸ੍ਰੇਸ਼ਟ ਸਰੋਤਾ ਉਹ ਹੈ ਜਿਹੜਾ ਇਸ ਗੱਲ ਦਾ ਧਿਆਨ ਰੱਖੇ ਕਿ ਸ਼ਬਦ ਦੇ ਅਰਥ ਕੀ ਨੇ, ਭਾਵ ਕੀ ਹੈ। ਗੁਰੂ ਜੀ ਇਸ ਬਾਣੀ ਵਿੱਚੋਂ ਸਾਨੂੰ ਕੀ ਕਹਿੰਦੇ ਨੇ। ਹੁਣ ਦੇਖੋ, ਬੜੇ ਸਾਰੇ ਰਾਗੀਆਂ ਦੀ ਸਾਨੂੰ ਆਵਾਜ਼ ਅੱਛੀ ਲੱਗਦੀ ਹੈ, ਉਹਨਾਂ ਦੇ ਗਾਏ ਸ਼ਬਦ ਅਸੀਂ ਉੱਠਦੇ ਬੈਠਦੇ ਬੋਲਦੇ ਵੀ ਰਹਿੰਦੇ ਆ। ਕਿਸੇ ਨੇ ਪੜ੍ਹ ਦਿੱਤਾ, ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਕੀ ਉਹਦੇ ਸਾਨੂੰ ਅਰਥ ਸਮਝ ਆਉਂਦੇ ਨੇ? ਕਿਸੇ ਨੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਭਾਈ ਹਰਜਿੰਦਰ ਸਿੰਘ ਦਾ ਸ਼ਬਦ ਬੜਾ ਪਿਆਰਾ ਉਹਨਾਂ ਨੇ ਗਾਇਆ ਹੈ। ਹੁਣ ਇਹ ਗੁਰੂ ਕੀ ਬਾਣੀ ਦਾ ਸ਼ਬਦ ਹੈ। ਹੁਣ ਇਹਦੇ ਅਰਥ ਕੀ ਨੇ? ਭਾਈ ਬਖਸ਼ੀਸ਼ ਸਿੰਘ ਹੋਰਾਂ ਨੇ ਗਾਇਆ ਸੀ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ। ਭੋਲੀ ਮਾਲਣੀ ਹੈ ਇਉਂ, ਸਤਿਗੁਰ ਜਾਗਤਾ ਹੈ ਦਿਓ। ਹੁਣ ਉਹਦਾ ਨਾਂ ਹੀ ਪਾ ਦਿੱਤਾ ਗਿਆ ਭਾਈ ਬਖਸ਼ੀਸ਼ ਸਿੰਘ। ਕਿਹੜਾ ਬਖਸ਼ੀਸ਼ ਸਿੰਘ? ਕਹਿੰਦੇ ਪਾਤੀ ਤੋਰੇ ਮਾਲਣੀ ਵਾਲਾ। 1984 ਦੇ ਬਲੂ ਸਟਾਰ ਤੋਂ ਬਾਅਦ ਇੱਕ ਰਾਗੀ ਦਾ ਨਾਂ ਹੀ ਪਾ ਦਿੱਤਾ ਉਹਨੂੰ। ਅਣਜਾਣੇ ਵਿੱਚ ਉਹ ਇਹ ਕਹਿਣੀ ਇਹ ਲੱਗੇ, ਕਿਹੜਾ ਭਾਈ ਸੁਰਿੰਦਰ ਸਿੰਘ? ਕਹਿੰਦਾ ਉਹ ਕੁੱਤੇ ਵਾਲਾ ਰਾਗੀ ਜਿਹੜਾ ਹੈ। ਹੁਣ ਗੱਲ ਤੇ ਠੀਕ ਸੀ ਵੀ ਉਹਨੇ ਜਦੋਂ ਬਲੂ ਸਟਾਰ ਹੋ ਗਿਆ, ਅਕਾਲ ਤਖਤ ਢਹਿ ਗਿਆ, ਦਰਬਾਰ ਸਾਹਿਬ ਨੂੰ ਗੋਲੀਆਂ ਵੱਜੀਆਂ। ਗੋਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਵੱਜ ਗਈ, ਹਜ਼ਾਰਾਂ ਸਿੰਘ ਸ਼ਹੀਦ ਹੋ ਗਏ। ਤੇ ਜਦੋਂ, ਕਿਉਂਕਿ ਸਾਨੂੰ ਬਲੂ ਸਟਾਰ ਦੀ ਕੋਈ ਪ੍ਰਾਪਤੀ ਹੋਈ ਕਿ 1.5 ਘੰਟਾ ਸਾਨੂੰ ਲਾਈਵ ਕੀਰਤਨ ਮਿਲਿਆ, ਉਹ ਵੀ ਰੇਡੀਓ ਤੇ, ਘੰਟਾ ਸਵੇਰੇ, ਅੱਧਾ ਘੰਟਾ ਸ਼ਾਮ ਨੂੰ। ਤੇ ਜਿੱਦਣ ਪਹਿਲੇ ਦਿਨ ਰੇਡੀਓ ਤੇ ਰਿਲੇ ਹੋਇਆ, ਆਲ ਇੰਡੀਆ ਰੇਡੀਓ ਤੇ ਉਹਨੇ ਇੱਕ ਗੱਲ ਚੰਗੀ ਕੀਤੀ ਵੀ ਉਹਨੇ ਪਹਿਲੇ ਦਿਨ ਹੀ, ਜਾਂ ਤੁਹਾਨੂੰ ਪਤਾ ਸੀ ਕਿਉਂਕਿ ਮੈਨੇਜਮੈਂਟ ਨੇ ਦੱਸਿਆ ਹੋਣਾ, ਭਾਈ ਸਾਹਿਬ 1 ਘੰਟਾ ਆਸਾ ਕੀ ਵਾਰ ਵਿੱਚੋਂ ਕੀਰਤਨ ਜਿਹੜਾ ਹੈ ਉਹ ਰੇਡੀਓ ਤੇ ਜਾਏਗਾ। ਉਹਨੇ ਫਿਰ ਸ਼ਬਦ ਪੜ੍ਹਿਆ, ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀ ਹੈ, ਵੀ ਉਹ ਮੁਖੋਂ ਸੱਟੈ, ਚੋਆ ਚੰਦਨ ਪਰ ਹਰੈ, ਖਰ ਖੇਪ ਲਟੈ। ਉਹ ਨਾ ਹੀ ਉਹਦਾ ਪਾ ਦਿੱਤਾ ਵੀ ਇਹ ਕੁੱਤੇ ਵਾਲਾ ਰਾਗੀ ਹੈ ਜੀ।
पंजाब दे विच जिहड़ा पशु पालन मंत्री हुंदा है ना, लोग साडे सीधे सीधे हैगे ने, वही कही जाणगे, कहंदा भी बह जाओ बह जाओ बह जाओ, कहंदा पशु मंत्री भी आ गए ने। जिवें वो डॉक्टर नूं आपां कहने बह जाओ कहते डंगर डॉक्टर भी आ गया है। मतलब उन्होंने डंगर डॉक्टर कह दिता भी डॉक्टर ही डंगर है, ये नहीं कि डंगर वाला डॉक्टर आ गया, ये नहीं कहना डंगर डॉक्टर आ गया बह जाओ कहते। पशु मंत्री आ गए, नहीं कहना कि पशु पालन मंत्री जिहड़ा डिपार्टमेंट है, महकमा है, उहदे रिस्पैक्टेड मिनिस्टर साहब आए ने, इदां नहीं कहना पशु मंत्री आ गया। हुण ये शब्द बड़ियां होर उदाहरण दित्तियां जा सकदियां ने कि पहली गल तो शब्द तक असीं जांदे नहीं, जे जाने आ तो शब्द नूं सानूं ट्यून अच्छी लगदी है ते असीं उहनूं उठदे बैठदे बोलदे रहने आ, पर की सानूं उहदा भाव समझ आउंदा है? मैं बड़ी बारी बेनती की, शब्द है औखी घड़ी न देखण देई। हुण असीं की पढ़दे आ, औखी घड़ी न देखण देई, असी ओदी अरदास बना ली कि जिवें मैं कह रहा भी महाराज औखी घड़ी ना वेखण देनी। असल में शब्द अरदास का हिस्सा नहीं है। ये जिहड़ा शब्द है ये परमात्मा दे भरोसे का शब्द है कि रब नूं मन के तां वेखो। कदे भी रब तुहानूं औखा वक्त वेखण नहीं देवेगा, ये अर्थ ये सीगे। हुण कितना फर्क है, एक मैं कह रहा कि तुसी आओ तुहाडे दी चाह बनी पई है, एक तुसी मैनू पुछी जाने भी जे आए तो फिर ज्ञानी जी चाह पियाओगे। हुण कितना फर्क है जी। गुरु साहब कहते ने भी परमात्मा तुहानू औखी घड़ी वेखण ही नहीं दऊगा, रब नूं मन के तां वेखो। असी की कहने असी कहने जी औखी घड़ी ना देखण दई, भी मैं भावें जो मर्जी करा तू मैनू औखी घड़ी ना वेखण देवीं। ये अरदास का शब्द नहीं है, ये भरोसे का शब्द है, सिदक का शब्द है। जिवें आपां शब्द पढ़ते हैं ना कि जिन जिन नाम ते आया तिन के काज सरे। हुण ये तो असीं रोज़ कहने भी बाबा साडे काम कर दे, भी काम तेरे बाबा कर दे, ते बाबे दे काम कौन करेगा? तू भी बाबे दे काम कर। देखो ये बड़ा सौखा जिहा एक सिक्खी दा पाठ है। तुसीं रब दे काम करो, रब तुहाडे करेगा। हुण ये तो असीं सुन लिया भी धन्ना धन्ने दियां गावां रब चारदा सी, पर कदे सोचा भी धन्ना जिहड़ा सी वो इन्ना वड्डा रब का भरोसा रखता सी कि वह थाली च रोटी पा के बह गया भी तू खाएगा तो खावांगा। हुण कित्थे पंडित कित्थे पुजारी, वो लियाउंदे सी रोटी रोज़, थोड़ी जी दाल सालग्रामां नूं लाती, थोड़ा जिहा हलवा सालग्रामां नूं लाता, थोड़ी जी खीर सालग्रामां नूं लाती ते आप खा ली। सतगुरु की बाणी च लिखिया है, जिहड़े मूर्ति पूजा करते हैं गुस्सा ना करना, गुरबाणी च लिखिया है भात पहत अर लापसी कर करा कसार भोगन हारे भोगिया इस मूरत कै मुखशार। मूर्ति दे मूँह नूं तुसीं हलवा लाता, मूर्ति दे मूँह नूं खीर लाती, मूर्ति दे मूँह नूं सब्जी लाती ते थाली चुक के आप खा ली। इदां ही हुंदा है ना। चलो इत्थों तक तो फिर भी गल ठीक है। हुण जिहड़ा पुजारी वो डर गया भी ये मूर्ति दे उत्ते कीड़ियां चढ़नगियां, जिथे बिठा होएगा तो कीड़ी तो जाएगी उत्थे। फिर वो बाहरों स्वाद ही चुटकी चुक लिया। हुण उसे मूर्ति दे मूँह नूं जिथे हलवा लाया सी, उसे मूर्ति दे मूँह नूं उन्हें स्वाद दे नाल मलना शुरू कर दिता। उत्थों दी आई घ्यो उतर जाए, मिठा उतर जाए, ताकि वो कीड़ियां ना चढ़न। कहते भगवान नूं की मिलिया? भगवान नूं मिली स्वाह।
ਤੇ ਥਾਲੀ ਦਾ ਮਾਲ ਜਿਹੜਾ ਸੀ ਉਹ ਪੁਜਾਰੀ ਖਾ ਗਿਆ। ਹੁਣ ਅਸੀਂ ਕਹਿੰਦੇ ਛੱਡੋ ਗਿਆਨੀ ਜੀ, ਛੱਡੋ ਤੇ ਛੱਡੋ, ਛੱਡ ਦੋ ਬਈ, ਉਹ 'ਚ ਕੀ ਫਰਕ ਪੈਂਦਾ। ਅਗਰ ਆਪਾਂ ਅੰਨੇ ਪੁਜਾਰੀ ਬਣਨਾ ਹੈ ਤੇ ਬਣੋ, ਕੌਣ ਡੱਕਦਾ ਤੁਹਾਨੂੰ ਭਾਈ। ਪਰ ਇਹ ਚੇਤਾ ਰੱਖਣਾ, ਤੁਹਾਨੂੰ ਪ੍ਰਾਪਤੀ ਕੋਈ ਨਹੀਂ ਹੋਏਗੀ, ਕਿਉਂਕਿ ਤੁਸੀਂ ਭਗਵਾਨ ਦਾ ਅਨਾਦਰ ਕੀਤਾ ਹੈ, ਆਦਰ ਨਹੀਂ ਕੀਤਾ। ਜੇ ਮੂਰਤੀ ਦੇ ਮੂੰਹ ਨੂੰ ਸਵਾਈ ਲਾਉਣੀ ਸੀ ਤੇ ਕੜਾਹ ਲਾਉਣ ਦੀ ਕੀ ਲੋੜ ਸੀ, ਹਲਵਾ ਲਾਉਣ ਦੀ ਕੀ ਲੋੜ ਸੀ। ਇਹਦੇ ਨਾਲ ਚੰਗਾ ਸੀ ਦੂਰੋਂ ਹੀ ਵਿਖਾ ਦਿੰਦੇ, ਭਗਵਾਨ ਵੇਖ ਲਾ ਮੈਂ ਲੱਗਾ ਹੀ ਖਾਣ, ਗੁੱਸਾ ਨਾ ਕਰੀ। ਪਹਿਲਾਂ ਕੜਾਹ ਲਾਇਆ, ਮੁੜ ਕੇ ਸਵਾਹ ਲਾਈ, ਇਹ ਤਾਂ ਗਲਤ ਹੋ ਗਿਆ ਕੰਮ। ਉਲਟਾ ਅਸੀਂ ਉਸ ਜਿਹੜੀ ਪ੍ਰਤਮਾ ਹੈ ਉਹਦਾ ਸਤਿਕਾਰ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਜੀ ਨੇ ਸਮਝਾਇਆ ਸੀ ਵੀ ਸਰੋਤਿਆਂ ਦੀਆਂ 5 ਕਿਸਮਾਂ ਨੇ। ਪੰਜਵਾਂ ਸਰੋਤਾ ਜਿਹੜਾ ਗੁਰਬਾਣੀ ਦੇ ਸ਼ਬਦ ਨੂੰ ਸਮਝਦਾ ਹੈ, ਕਿਉਂਕਿ ਜਿਸ ਵਿਅਕਤੀ ਨੇ ਬਾਣੀ ਨੂੰ ਸਮਝ ਲਿਆ, ਇਹ ਗੱਲ ਯਾਦ ਰੱਖਣਾ, ਉਹਦੀ ਜ਼ਿੰਦਗੀ 'ਚ ਖੁਆਰੀ ਨਹੀਂ ਹੋ ਸਕਦੀ। ਵੇਖੋ ਤੁਸੀਂ ਕਿਤਾਬ ਪੜ੍ਹ ਲਈ, ਉਹ ਕਿਤਾਬ ਤੁਹਾਡੇ ਹਮੇਸ਼ਾ ਦਿਮਾਗ ਵਿੱਚ ਰਹੇਗੀ। ਅਸੀਂ ਜਦੋਂ ਇਸ ਪਾਸੇ ਤੁਰੇ ਸੀ ਨਾ ਧਾਰਮਿਕ ਵਿਦਿਆ ਪੜ੍ਹਨ ਵਾਸਤੇ, ਤੇ ਮੇਰਾ ਖੁਦ ਇਹ ਸਵਾਲ ਸੀ, ਬਾਕੀ ਬੱਚੇ ਵੀ ਸੀ ਮੇਰੇ ਨਾਲ, ਮੈਂ ਇਕੱਲਾ ਥੋੜਾ ਸੀ ਉੱਥੇ, ਵੀ ਤੁਸੀਂ ਸਾਨੂੰ ਕਹੀ ਜਾਂਦੇ ਹੋ ਪ੍ਰਿੰਸੀਪਲ ਸਾਹਿਬ ਜਾਂ ਪ੍ਰੋਫੈਸਰ ਸਾਹਿਬ ਵੀ ਕਿਤਾਬਾਂ ਪੜ੍ਹੀ ਜਾਓ ਜੀ, ਪੜ੍ਹੀ ਜਾਓ ਜੀ, ਵੀ ਪੱਲੇ ਤਾਂ ਕੁਝ ਪੈਂਦਾ ਨਹੀਂ। ਉਹ ਕਹਿੰਦੇ ਪੜ੍ਹੀ ਜਾਓ, ਇਹ ਪੱਲੇ ਤੁਹਾਡੇ ਪਏਗਾ ਜਦੋਂ 5-7 ਸਾਲ ਲੰਘ ਗਏ ਨਾ, ਫਿਰ ਤੁਹਾਡੇ ਪੱਲੇ ਪਵੇਗਾ। ਕਿਉਂਕਿ ਜਿਹੜੀ ਚੀਜ਼ ਤੁਸੀਂ ਪੜ੍ਹ ਲਈ, ਇਹ ਤਾਂ ਮੈਨੂੰ ਹੁਣ ਸਮਝ ਆਉਂਦੀ ਹੈ ਵੀ ਆਹ ਜਿਹੜੇ ਸਕੈਨਰ ਸਕੂਨਰ ਜਿਹੜੇ ਸ਼ਬਦ ਨੇ ਇਹ ਪੈਦਾ ਕਿੱਥੋਂ ਹੋਏ ਨੇ। ਇਹ ਸਾਰੀਆਂ ਚੀਜ਼ਾਂ ਮਨੁੱਖੀ ਦਿਮਾਗ ਦਾ ਹਿੱਸਾ ਨੇ। ਤੁਸੀਂ ਕਿਤਾਬ ਪੜ੍ਹੀ ਨਹੀਂ, ਤੁਸੀਂ ਸਕੈਨ ਕਰ ਲਈ ਆਪਣੇ ਦਿਮਾਗ 'ਚ। ਕਈ ਵਾਰੀ 10-15 ਸਾਲਾਂ ਬਾਅਦ ਤੁਹਾਨੂੰ ਯਾਦ ਆਏਗਾ ਮੈਂ ਕਿਤਾਬ 'ਚ ਇੱਦਾਂ ਪੜ੍ਹਿਆ ਸੀ, ਕਿਉਂਕਿ ਡਿਲੀਟ ਹੁੰਦਾ ਹੀ ਨਹੀਂ। ਐਸੀ ਹਾਰਡ ਡਿਸਕ ਹੈ ਤੁਹਾਡੇ ਦਿਮਾਗ ਦੇ ਵਿੱਚ, ਇਹ ਡਿਲੀਟ ਨਹੀਂ ਹੁੰਦਾ। ਅਗਰ ਤੁਸੀਂ ਕੋਈ ਚੀਜ਼ ਧਿਆਨ ਨਾਲ ਪੜ੍ਹੀ ਹੈ ਤੇ ਉਹ 15-20-25 ਸਾਲ 30 ਸਾਲ ਪਹਿਲਾਂ ਵੀ ਪੜ੍ਹੀ, ਅੱਜ ਵੀ ਤੁਹਾਡੇ ਚੇਤੇ 'ਚ ਹੋਏਗੀ। ਨਹੀਂ ਤਾਂ ਕਦੇ ਨਾ ਕਦੇ ਆ ਜਾਏਗੀ, ਕਦੇ ਕੋਈ ਉਹੋ ਜਿਹੀ ਘਟਨਾ ਘਟੇਗੀ, ਇੱਕਦਮ ਉਹ ਗੱਲ ਤੁਹਾਡੇ ਸਾਹਮਣੇ ਆ ਜਾਏਗੀ ਵੀ ਆ ਮੈਂ ਉਸ ਕਿਤਾਬ ਦੇ ਵਿੱਚ ਪੜ੍ਹਿਆ ਸੀ। ਜਿਸ ਵਿਅਕਤੀ ਨੇ ਗੁਰਬਾਣੀ ਪੜ੍ਹ ਲਈ, ਗੁਰਬਾਣੀ ਸਮਝ ਲਈ, ਇਹ ਐਸਾ ਖਜ਼ਾਨਾ ਹੈ, ਇਹਨੇ ਤੁਹਾਡੇ ਨਾਲ ਨਿਭਣਾ ਹੈ। ਮਤਲਬ ਪੈਸੇ ਨਾਲੋਂ ਵੀ ਕੀਮਤੀ ਹੈ। ਹੁਣ ਮੇਰੀ ਅਗਲੀ ਗੱਲ ਧਿਆਨ ਰੱਖਣਾ, ਲਿਖਣੀ ਹੋਵੇ ਤੇ ਲਿਖ ਲੈਣਾ, ਪੈਸਾ ਗੰਠ। ਅਗਰ ਪੈਸਾ ਤੁਹਾਡੇ ਪਾਕਟ ਵਿੱਚ ਨਹੀਂ ਹੈ, ਮੇਰੇ ਨਾਲ ਖੁਦ ਵਾਪਰ ਚੁੱਕਾ ਹੈ। ਮੈਂ ਇੱਧਰ ਪੰਜਾਬੀ ਬਾਗ ਵੱਲ ਗਿਆ, ਮੇਰੀ ਗੱਡੀ ਪੈਂਚਰ ਹੋ ਗਈ। ਤੁਸੀਂ ਹੈਰਾਨ ਹੋਵੋਗੇ ਮੇਰੀ ਜੇਬ 'ਚ ਪੈਂਚਰ ਜੋਗੇ ਪੈਸੇ ਨਹੀਂ ਨਿਕਲੇ। ਇੱਕ ਪੈਂਚਰ ਜੋਗੇ ਪੈਸੇ ਮੇਰੇ ਕੋਲ ਨਹੀਂ ਸੀ ਹੈਗੇ। ਹੁਣ ਪੈਂਚਰ ਮੈਂ ਲਵਾ ਲਿਆ, ਪੈਂਚਰ ਲਵਾਏ ਬਿਨਾਂ ਗੁਜ਼ਾਰਾ ਨਹੀਂ ਸੀ। ਤੇ ਮੇਰੀ ਪਾਕਟ ਦੇ ਵਿੱਚ ਇੱਕ 100 ਰੁਪਈਆ ਸੀ, ਮੈਨੂੰ ਕਿਸੇ ਵੇਲੇ ਕਿਸੇ ਬਜ਼ੁਰਗ ਮਾਤਾ ਨੇ ਦਿੱਤਾ, ਕਹਿੰਦੀ ਪੋਤੇ ਖਰਚੀ ਨਾ। ਮੈਂ ਕਿਹਾ ਠੀਕ ਨਹੀਂ ਖਰਚਦਾ, ਉਹ ਸ਼ਾਇਦ ਅੱਜ ਵੀ ਮੇਰੀ ਜੇਬ 'ਚ ਹੋਣਾ, ਉੱਤੇ ਮੈਂ ਮਾਤਾ ਜੀ ਲਿਖਿਆ ਹੋਇਆ ਹੈ। ਮੈਂ ਫਿਰ ਦੁਕਾਨਦਾਰ ਨੂੰ ਕਿਹਾ ਵੀ ਕਿੰਨੇ ਪੈਸੇ, ਕਹਿੰਦਾ ਜੀ 50 ਰੁਪਈਏ। ਮੈਂ ਕਿਹਾ ਮੇਰੇ ਕੋਲ ਹੈ ਨਹੀਂ, ਪਰ ਮੇਰੇ ਕੋਲ 100 ਰੁਪਈਆ ਹੈ, ਤੂੰ ਇੱਕ ਵਾਅਦਾ ਮੇਰੇ ਨਾਲ ਕਰ ਵੀ ਤੂੰ ਇਹ ਖਰਚੇਗਾ ਨਹੀਂ। ਮੈਂ ਉਹਨੂੰ 100 ਰੁਪਈਆ ਦਿੱਤਾ। ਅਗਲੇ ਦਿਨ ਇੱਥੋਂ ਸਿੰਘ ਭੇਜਿਆ, ਉਹ ਜਾ ਕੇ ਉਹਨੂੰ 50 ਰੁਪਈਏ ਦੇ ਕੇ 100 ਰੁਪਈਆ ਵਾਪਸ ਲੈ ਆਇਆ। ਹੁਣ ਪੈਸਾ ਤੁਹਾਡੀ ਬੈਂਕ 'ਚ ਕਰੋੜਾਂ ਰੁਪਈਆ ਪਿਆ, ਕਿਹੜੇ ਕੰਮ ਹੈ? ਤੁਹਾਡੇ ਲੋਕਰ 'ਚ ਪਿਆ, ਕਿਹੜੇ ਕੰਮ ਹੈ? ਤੁਹਾਡੀ ਅਲਮਾਰੀ 'ਚ ਪਿਆ ਵੀ ਕੰਮ ਨਹੀਂ। ਜੇ ਗੱਡੀ ਪੈਂਚਰ ਹੋਈ ਤੇ ਤੁਸੀਂ ਉਹ ਪੈਸਾ ਤੁਹਾਡੇ ਕਿਸੇ ਕੰਮ ਨਹੀਂ ਹੈਗਾ। ਬਿਲਕੁਲ ਇਸੇ ਤਰ੍ਹਾਂ ਪੈਸਾ ਗੰਠ ਤੇ ਬਾਣੀ ਕੰਠ। ਸਵਾਲ ਇਹ ਨਹੀਂ ਕਿ ਤੁਹਾਡੇ ਘਰ ਪੋਥੀਆਂ ਤੇ ਗੁਟਕੇ ਕਿੰਨੇ ਨੇ। ਜਿਹੜੀ ਬਾਣੀ ਤੁਹਾਨੂੰ ਚੇਤੇ ਹੋਗੀ ਉਹ 24 ਘੰਟੇ ਤੁਹਾਡੇ ਕੰਮ ਆਏਗੀ। ਜਿੱਥੇ ਦੁੱਖ ਤਕਲੀਫ ਹੋਵੇ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਕੰਮ ਆਪੇ ਠੀਕ ਹੋ ਜਾਏਗਾ।
जिथे रुकावट बने जेब चों पैसे कढ़ो, काम आपे ठीक हो जाएगा। को अज भी मैनूं सज्जण सुना रहा सी, कहता वो बंदे का कहता काम रुक जे ना, तो कहता जे अगला कवे ना भी 10 रुपये लगणगे, कहता 100 दिंदा है। मैं कहता मतलब, कहता मतलब ये हुंदा भी 100 रुपया वेख के ना बंदा बिल्कुल ही आप ही पागल हो जाता है। उसकी औकात 10 रुपया की सी, मिल गया 100 रुपया। कहता कला तुहाडा काम नहीं करेगा, तुहानूं छड्डण भी जाएगा, नाल सलूट भी मारेगा। पैसा अगर तुहाडे काम नहीं आया तो पैसा तुहाडे काम दा भी नहीं है। हुण बाणी नूं तुसीं मत्था टेक लिया, पर बाणी तुहाडे कोल तां नहीं हैगी। बाणी वो जिहड़ी तुहाडे कोल है, इस करके बाणी नूं चेते करो, बाणी नूं उठदियां बैठदियां पढ़ो। और ये बाणी जो जियों जाने तिस अंतर रवै हर नामा, हर वक्त तुहाडे अंदर नाम दी, परमात्मा दी याद रवेगी। ते जिथे रब दी याद है, जिथे रब दा चेता है, एक नहीं 4 पौड़ियां ने कि चित आवे उस पार ब्रह्म, पहली लगे ना तती वाओ। यदा अर्थ नहीं भी उथे हवा ठंडी, हवा तो तत्ती है, तुहानूं नहीं लगेगी, पई दुनिया नूं लगदी रवे। हुण चित आवे उस पार ब्रह्म, नेचल होवे थाओ। लख लोगों के प्लाट जमीना रुड़ जाण पानी च, तुहाडे घर नूं कुछ नहीं होएगा। कदे धर्म नूं इदां भी मनण की कोशिश करिए, कला ये नहीं है भी एक तांत्रिक तरीका जो एक असीं अपना लिया है, नहीं। धर्म प्यार की खेड है। पढ़ते आप हैगे आ कि तेरे भरोसे प्यारे मैं लाड लड़ाया, तो जे प्यार का लाड लड़ाया तो फिर तुसी लाड अपने बच्चों नाल करदे हो ना, करो हाँ, गुरु नाल भी करके वेखो। तुहाडे घर बच्चे ने, तुसी लाड लड़ाउणे हो ना बच्चों नाल, वड्डियां नाल लाड तो नहीं लड़ाईदा, बच्चों नाल लड़ाईदा। जब बच्चे तुहाडे नाल लाड लड़ाउंदे ने, तुसी भी इदां करके माँ बाप समझ के करो खां। भूले चूके बारक तू हर पिता माया। जिवें बच्चा माँ प्यो नाल करदा, कदे गुरुद्वारे आके अपना माँ प्यो समझ के गुरु नाल जदों लाड लड़ाओगे ना, गुरु ने बिल्कुल नहीं कहना वो तेरे कपड़े साफ नहीं हैगे, जां तेरा नक वगदा है, जां तेरे हाथ ठीक नहीं हैगे, जां तू परे हो जा मेरे तो। कदे क्या तुसीं अपने बच्चे नूं परे हो जा मेरे तो? गुरु भी नहीं कहेगा, पर लाड लड़ाउणा ही नहीं, तो फिर भावें शैंपू नाल हत्थ धोई जाओ, फिर की फर्क पैंदा है? वो जिहड़ी छूत छात वाली गल है ना, सिख धर्म च नहीं हैगी, साडे च छूत छात है। कई बंदे तो मैं वेखे भी इन्ना पानी डोलते हैं भी शायद 5-7 बंदे की जिंदगी बच सकती है। इन्ना पानी हथ धोण की डोल देंदे ने सारा दिन, हाथ ही धोई जाने। हाथ धोने गुनाह नहीं है, मैडिकली भी धोने चाहिए ने, पर सवाल भी हाथ धो के करने की है। एक पंजाबी की बड़ी वधिया कहावत है। मेरे घर प्रोफैसर साहब आए तो मैं कहा जी हाथ धो लो, हुण धो ले उन्होंने। मैनू कहते हुण दस पैना किहदे मगर है? साडी एक मुहावरा है भी हाथ धो के मगर पै गया है। हाथ धो के बाबे दे मगर पै जाओ, गल बनी बनाई पई है। तो हाथ धो के लोगों के मगर पई जाना भी तू मैनू झूठे हाथ ला ते भी तू मैनू टच कर लिया। बई देखो मैडिकली ये गल्लां ठीक ने, पर जदों तुसीं रब दे घर दीयां गल्लां करोगे तो उत्थे तुहानूं गुरबाणी दे विचों काग पसुंड ऋषि ने भी जिहड़ी कथा सुनाई है वो प्रभु दी प्रेमा भगती दी कथा है। गोबिंद भाओ भगत दा भुखा, गोबिंद जिहड़ा है वो तुहाडे प्यार दा भुखा है, तुहाडी भगती दा भुखा है। आ चीज़ां जिहड़ियां तुसीं गुरुद्वारे लैके आउंदे हो, ये ते लंगर च काम आउंदियां ने। कदे किसी ने बाबे नूं कोई चीज़ खांदियां वेखिआ ना?
ਬਾਬੇ ਨੂੰ ਜਿਹੜੀ ਗੱਲ ਤੁਹਾਡੀ ਚੰਗੀ ਲੱਗਦੀ ਉਹ ਤੁਹਾਡੀ ਪ੍ਰੇਮਾ ਭਗਤੀ ਹੈ। ਇੱਥੇ ਫਿਰ ਭਾਈ ਮਰਦਾਨੇ ਨੇ ਪੁੱਛਿਆ ਕਿ ਰਿਸ਼ੀ ਜੀ ਤੁਹਾਡੀ ਉਮਰ ਕਿੰਨੀ ਹੈ? ਉਹਨੇ ਫਿਰ ਦੱਸਿਆ ਵੀ ਮੇਰੀ ਉਮਰ ਕਈ ਯੁੱਗ ਹੈ। ਕਿੰਨੇ ਯੁੱਗ ਹੈ? ਕਹਿੰਦਾ ਮੇਰੇ ਵਹਿੰਦਿਆਂ ਵਹਿੰਦਿਆਂ ਕਈ ਬ੍ਰਹਮਾ ਪੈਦਾ ਹੋਏ ਤੇ ਕਈ ਬ੍ਰਹਮਾ ਚਲੇ ਗਏ। ਹੁਣ ਕਈਆਂ ਨੂੰ ਇਹ ਗੱਲ ਲੱਗੂਗੀ ਵੀ ਇਹ ਤਾਂ ਗੱਲ ਝੂਠ ਹੈ। ਝੂਠ ਨਹੀਂ ਹੈ ਭਾਈ। ਜਪਜੀ ਸਾਹਿਬ ਦੀ ਬਾਣੀ ਪੜ੍ਹ ਲਓ, ਉਹਦੇ 'ਚ ਵੀ ਤੁਹਾਨੂੰ ਪਤਾ ਲੱਗ ਜਾਏਗਾ। ਇਹ ਦੇਵੀਆਂ ਦੇਵਤੇ ਇੱਕ ਨਹੀਂ ਹੈ। ਇਹ ਚੰਦਰਮਾ ਸੂਰਜ ਇਹ ਧਰਤੀ ਇੱਕ ਨਹੀਂ ਹੈ। ਇਹ ਖਾਣੀਆਂ ਇਹ ਬਾਣੀਆਂ ਇਹ ਇੱਕ ਨਹੀਂ ਹਨ। ਇਹ ਧਰਤੀ ਇੱਕ ਵਾਰੀ ਨਹੀਂ ਬਣੀ। ਇਹ ਧਰਤੀ ਕਈ ਵਾਰੀ ਉਜੜੀ ਹੈ, ਕਈ ਵਾਰੀ ਇਹ ਵਸੀ ਹੈ, ਕਈ ਵਾਰੀ ਪਰਲੋ ਆਈ ਹੈ ਸੰਸਾਰ ਵਿੱਚ। ਕਾਗ ਪਸੁੰਡ ਰਿਸ਼ੀ ਨੇ ਕਿਹਾ ਕਈ ਬਾਰ ਜਗ ਪਰਲੈ ਕਰੇ। ਮੈਂ ਕਹਿੰਦਾ ਜਗ ਦੀਆਂ ਪਰਲੋ ਵੀ ਵੇਖੀਆਂ ਨੇ, ਜਦੋਂ ਸਾਰਾ ਕੁਝ ਰੱਬ ਨੇ ਖਤਮ ਕਰ ਦਿੱਤਾ। ਜਿਹੜਾ ਜ਼ਮੀਨ ਚੋਂ ਕੋਲਾ ਨਿਕਲਦਾ ਕੀ ਹੈ? ਕਦੇ ਤੁਸੀਂ ਇਮੈਜਿਨ ਕੀਤਾ ਵੀ ਅੱਜ ਆਪਾਂ ਬੈਠੇ ਆ, ਅਗਰ ਇਹ ਸਾਰੀ ਧਰਤੀ ਗਰਕ ਜਾਏ ਤੇ ਜਿੰਨੇ ਜੰਗਲ ਨੇ ਜਿੰਨੀ ਬਨਸਪਤੀ ਹੈ ਇਹ ਥੱਲੇ ਜ਼ਮੀਨ ਵਿੱਚ ਜਾ ਕੇ ਇਹਦਾ ਸਾਰੇ ਦਾ ਕੋਇਲਾ ਹੀ ਬਣਨਾ, ਹੋਰ ਕੀ ਬਣਨਾ ਹੈ? ਤੋ ਇੱਥੇ ਭਾਈ ਮਰਦਾਨਾ ਜੀ ਨੇ ਪੁੱਛਿਆ, ਉਹ ਕਹਿੰਦਾ ਹਮਰੇ ਦੇਖਤ ਕੀਤੇ ਗਏ ਬਹੁਰ ਬਹੁਰ ਜਗ ਉਪਜਤ ਭੈ। ਮੇਰੇ ਵਹਿੰਦਿਆਂ ਵਹਿੰਦਿਆਂ ਕਈ ਆਏ ਤੇ ਕਈ ਚਲੇ ਗਏ। ਬੈਠ ਇਹਾਂ ਮੈਂ ਹਰ ਗੁਣ ਗਾਵੋ ਧਿਆਨ ਧਰੋ ਔਰ ਬਹੁਤ ਸੁਖ ਪਾਵੋ। ਕਾਗ ਪਸੁੰਡ ਰਿਸ਼ੀ ਕਹਿੰਦਾ ਜੀ ਮੈਂ ਤੇ ਇੱਥੇ ਬੈਠਾ ਗੁਣ ਗਾ ਰਿਹਾ, ਬੜਾ ਸੁਖ ਪਾ ਰਿਹਾ। ਹਾਂਜੀ ਮਰਦਾਨਾ ਬਿਸਮਿਓ ਸੁਨਤ ਤੂਸ਼ਣ ਪਾਤੇ ਕਾਲ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ। ਭਾਈ ਮਰਦਾਨੇ ਦੀ ਕਿੰਨੀ ਕੁ ਉਮਰ ਹੋਏਗੀ? 40-50 ਸਾਲ ਹੋਏਗੀ, 55 ਹੋਏਗੀ। ਪਰ ਉਹ ਹੈਰਾਨ ਹੋ ਗਿਆ ਸੁਣ ਕੇ ਵੀ ਕਈ ਯੁੱਗਾਂ ਦਾ ਰਿਸ਼ੀ ਬੈਠਾ। ਇੱਥੇ ਫਿਰ ਭਾਈ ਮਰਦਾਨਾ ਜੀ ਚੁੱਪ ਕਰ ਗਏ। ਹਾਂਜੀ ਬੂਝਣ ਹਿਤ ਮੈਂ ਬੋਲਿਓ ਸੁਣ ਸ਼੍ਰੀ ਅੰਗਦ ਦਿਆਲ। ਫਿਰ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਪੁੱਛਿਆ, ਫਿਰ ਮੈਂ ਬੇਨਤੀ ਕੀਤੀ। ਹਾਂਜੀ ਹਰ ਭਗਤਨ ਕੇ ਬਿਖੈ ਮਹਾਨੇ ਮੋਹ ਨਾਸ਼ ਪਾ ਆਤਮ ਗਿਆਨੇ। ਆਖਿਆ ਰਿਸ਼ੀ ਜੀ ਭਗਤਾਂ ਵਿੱਚੋਂ ਵੀ ਤੁਸੀਂ ਵੱਡੇ ਹੋ ਤੇ ਮੋਹ ਵੀ ਤੁਸੀਂ ਨਾਸ਼ ਕਰ ਲਿਆ ਤੇ ਤੁਹਾਨੂੰ ਆਤਮਿਕ ਗਿਆਨ ਵੀ ਪ੍ਰਾਪਤ ਹੈ। ਹਾਂਜੀ ਸਭ ਬਿਦ ਸਭ ਮਹਿ ਦੀਰਗ ਤੁਮ ਹੋ ਕੈਸੇ ਪ੍ਰਾਪਤ ਕਾਕ ਜਨਮ ਹੋ। ਪਰ ਜੇ ਸਾਰਿਆਂ ਤੋਂ ਤੁਸੀਂ ਵੱਡੇ ਹੋ ਤੇ ਤੁਹਾਨੂੰ ਕਾਂ ਦੀ ਜੂਨੀ ਕਿਉਂ ਮਿਲੀ? ਅਗਰ ਤੁਹਾਡੇ ਕੋਲ ਸਮਾਂ ਹੋਵੇ ਜਾਂ ਤੇ ਕਥਾ ਸੁਣ ਕੇ ਜਾਇਓ। ਮੈਂ ਵੀ ਕੋਸ਼ਿਸ਼ ਕਰਦਾ ਇਹਨੂੰ ਤੋੜਦਾ ਥੋੜਾ ਜਿਹਾ, ਜਾਂ ਫਿਰ ਤੁਸੀਂ ਫੋਨ ਤੇ ਸੁਣ ਲਿਓ। ਸਵਾਲ ਇਹ ਨਹੀਂ ਕਿ ਤੁਸੀਂ ਕਿਹੜੇ ਰੱਬ ਨੂੰ ਮੰਨਦੇ ਹੋ, ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ। ਦੇਵੀ ਦੇਵਤੇ ਨੂੰ ਮੰਨਣ ਵਿੱਚ ਵੀ ਜਿਵੇਂ ਕਹਿੰਦੇ ਨੇ ਵੀ ਰਾਮ ਕਹਿਣ ਮੈਂ ਭੇਦ ਹੈ ਤੋ ਮੈਂ ਏਕ ਵਿਚਾਰ। ਅਸੀਂ ਤੇ ਕਦੇ ਸੰਜੀਦਗੀ ਲਿਆਉਂਦੇ ਹੀ ਨਹੀਂ ਆਪਣੇ ਜੀਵਨ ਵਿੱਚ। 2-4-5 ਗੱਲਾਂ ਸਿੱਖ ਲੀਆਂ ਜੀ, ਜਰਾਬਾਂ ਲਾ ਲਓ ਜੀ, ਬੂਟ ਲਾ ਲਓ ਜੀ, ਸਿਰ ਢੱਕ ਲਓ ਜੀ, ਹੱਥ ਧੋ ਲਓ ਜੀ, ਗੁਰਦੁਆਰਾ ਮਿਲ ਗਿਆ ਤੇ ਉੱਥੇ ਚਲੇ ਜਾਓ ਜੀ, ਮੰਦਿਰ ਆ ਗਿਆ ਤੇ ਉੱਥੇ ਚਲੇ ਜਾਓ ਜੀ, ਕੋਈ ਮਜ਼ਾਰ ਆ ਗਈ ਤੇ ਉੱਥੇ ਮੱਥਾ ਟੇਕ ਲਓ ਜੀ। ਹੁਣ ਆਪ ਜੀ ਨੇ ਇਸ ਕਥਾ ਨੂੰ ਸੁਣਨਾ। ਭਾਈ ਬਾਲੇ ਨੇ ਪੁੱਛਿਆ ਵੀ ਹੇ ਰਿਸ਼ੀ ਜੇ ਇੰਨੇ ਯੁੱਗ ਤੇਰੀ ਉਮਰ ਹੈ ਤੇ ਮੈਨੂੰ ਇਹ ਦੱਸ ਵੀ ਤੈਨੂੰ ਕਾਂ ਦੀ ਜੂਨੀ ਕਿਉਂ ਮਿਲੀ ਹੈ? ਵੀ ਤੇਰੀ ਮੁਕਤੀ ਨਹੀਂ ਹੋਈ? ਤੈਨੂੰ ਮਨੁੱਖਾ ਸਰੀਰ ਵੀ ਨਹੀਂ ਮਿਲਿਆ, ਤੂੰ ਕਾਂ ਕਿਉਂ ਬਣਿਆ? ਆਖਰ ਕਾਂ ਹੁੰਦਾ ਤੇ ਪੰਛੀ ਹੈ ਨਾ। ਅੱਜ ਵੇਖੋ ਨਾ ਤੁਸੀਂ ਪ੍ਰਕਿਰਤੀ 'ਚ ਘੁੰਮ ਕੇ ਵੇਖੋ। ਮੈਨੂੰ ਕਿਸੇ ਨੇ ਉਹ ਮੈਸੇਜ ਭੇਜਿਆ, ਉਹਦੇ 'ਚ 10 ਕਿਸਮ ਦੇ ਮੋਰ ਨੇ। ਮੋਰ
ਉਸੇ ਬੰਦੇ ਨੇ ਫਿਰ ਮੈਨੂੰ ਫੁੱਲ ਭੇਜੇ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਉਹ ਫੁੱਲ ਵੇਖੇ ਨੇ। ਮੈਂ ਕਹਿੰਦਾ ਦੁਨੀਆ ਦੀ ਕੋਈ ਕਲਾ ਕਿਰਤ ਉਦੋਂ ਸੁੰਦਰ ਹੋ ਨਹੀਂ ਸਕਦੀ। ਪਰ ਏਡੀ ਵੱਡੀ ਵਚਿੱਤਰ ਇਹ ਦੁਨੀਆ ਹੈ। ਰੱਬ ਉਹਨੂੰ ਕਹਿੰਦੇ ਨੇ ਜਿਹਨੇ ਫੁੱਲ ਬਣਾਏ ਨੇ, ਜਿਹਨੇ ਪੰਛੀ ਬਣਾਏ ਨੇ। ਸਾਡੇ ਲਈ ਤੇ ਰੱਬ ਦੇ ਅਰਥ ਕੀ ਨੇ? ਉਹ ਜੀ ਜਿਹਨੇ ਨਾਮਦੇਵ ਦੀ ਛਪਰੀ ਬਣਾਈ ਸੀ, ਉਹ ਇੱਕ ਛਪਰੀ ਦੀਆਂ ਗੱਲਾਂ ਕਰਦੇ ਹੋ ਤੁਸੀਂ। ਸਾਡੇ ਲਈ ਰੱਬ ਉਹ ਜੀ ਜਿਹਨੇ ਸਾਨੂੰ ਜੀ ਬੱਚਾ ਦਿੱਤਾ ਸੀ ਜੀ, ਜਿਹਨੇ ਸਾਡੇ ਕਾਕੇ ਨੂੰ ਨੌਕਰੀ ਦਿੱਤੀ ਸੀ ਜੀ। ਨੌਕਰੀ ਤੇ ਕਈ ਵਾਰੀ ਕਿਸੇ ਦਫ਼ਤਰ ਦਾ ਚਪੜਾਸੀ ਵੀ ਦੇ ਦਿੰਦਾ ਹੈ, ਬੜੇ ਕਲਾਕਿਰਤ ਹੁੰਦੀ ਉਹਦੇ ਕੋਲੇ। ਸ਼ਾਇਦ ਆਪ ਜੀ ਨੂੰ ਪਤਾ ਹੈ ਕਿ ਨਹੀਂ ਪਤਾ, ਸਭ ਤੋਂ ਵੱਧ ਅਪਰੋਚ ਤੁਹਾਡੇ ਘਰ ਵਿੱਚ ਤੁਹਾਡੇ ਰਸੋਈਏ ਦੀ ਹੁੰਦੀ ਹੈ। ਹੁਣ ਮੈਂ ਉਸ ਜ਼ਿਕਰ ਵਿੱਚ ਜਾਵਾਂਗਾ, ਸਮਾਂ ਬੜਾ ਲੰਬਾ ਹੋ ਜਾਏਗਾ। ਮਤਲਬ ਮੈਨੂੰ ਇੱਕ ਦਿਨ ਐਮਰਜੈਂਸੀ ਲੋੜ ਪੈਂਦੀ ਹੈ ਤੇ ਮੇਰੇ ਘਰ ਦੀ ਕੰਮ ਕਰਨ ਵਾਲੀ ਮੈਨੂੰ ਹੋਮ ਮਿਨਿਸਟਰ ਦੇ ਘਰ ਲੈ ਗਈ ਰਾਤੀ 12 ਵਜੇ। ਰਾਤ ਦੇ 12 ਵਜੇ ਮੇਰੇ ਘਰ ਦੀ ਕੰਮ ਕਰਨ, ਜਿਹੜੇ ਮੇਰੇ ਘਰ ਦੇ ਭਾਂਡੇ ਧੋਂਦੀ ਸੀ। ਕਿਉਂ? ਕਿਉਂਕਿ ਉਹਦੇ ਘਰ ਵੀ ਭਾਂਡੇ ਧੋਂਦੀ ਸੀ। ਉਹਦੀ ਵਾਈਫ ਦੀ ਉਹ ਮਾਲਿਸ਼ ਮੁਲਿਸ਼ ਵੀ ਕਰਦੀ ਸੀ। ਪ੍ਰਣਾਬ ਮੁਖਰਜੀ ਨਾਂ ਸੀ ਉਹਦਾ। ਨਾ ਹੋਮ ਮਿਨਿਸਟਰ ਨਹੀਂ ਸੀ, ਉਹ ਫੋਰਨ ਮਿਨਿਸਟਰ ਸੀਗਾ ਉਸ ਦਿਨ। ਉਸ ਤੋਂ ਬਾਅਦ ਤੋਂ ਰਾਸ਼ਟਰਪਤੀ ਵੀ ਬਣੇ। ਹੁਣ ਇਹ ਜ਼ਰੂਰੀ ਨਹੀਂ ਕਿ ਜੇ ਤੁਹਾਨੂੰ ਤੁਹਾਡੇ ਬੱਚੇ ਨੂੰ ਨੌਕਰੀ ਮਿਲੀ ਤੇ ਰੱਬ ਏਡਾ ਕੀ ਹੈ। ਰੱਬ ਏਡਾ ਨਹੀਂ ਹੈ, ਰੱਬ ਬਹੁਤ ਵੱਡਾ ਹੈ। ਉਸ ਰੱਬ ਦੇ ਘਰ ਵਿੱਚ ਕਈ ਬ੍ਰਹਮਾ, ਕਈ ਸ਼ਿਵ, ਕਈ ਮਹੇਸ਼, ਕਈ ਵਿਸ਼ਨੂੰ ਜਿਹੜੇ ਨੇ ਉਹ ਉੱਥੇ ਬੈਠੇ ਹੋਏ ਨੇ। ਭਾਈ ਬਾਲੇ ਨੇ ਪੁੱਛਿਆ ਵੀ ਮਹਾਤਮਾ ਜੀ ਇਹ ਦੱਸੋ ਤੇ ਸਹੀ ਕਿ ਜੇ ਤੁਸੀਂ ਇੰਨੇ ਮਹਾਨ ਹੋ ਤੇ ਫਿਰ ਤੁਸੀਂ ਕਾਂ ਦੀ ਜੂਨੀ 'ਚ ਕਿਉਂ? ਤੁਹਾਡੀ ਮੁਕਤੀ ਕਿਉਂ ਨਹੀਂ ਹੋਈ? ਹਾਂਜੀ। ਮੁਝ ਮਨ ਬਿਖੈ ਸੰਦੇਹ ਮਹਾਨਾ, ਉਤਰ ਦੀਜੈ ਭੋ ਗੁਣਵਾਨਾ। ਮੇਰੇ ਮਨ ਵਿੱਚ ਸੰਦੇਹ ਹੈ, ਹੇ ਗੁਣਵਾਨ ਰਿਸ਼ੀ, ਕੀ ਤੁਸੀਂ ਮੈਨੂੰ ਇਹਦਾ ਉੱਤਰ ਦਿਓਗੇ? ਹਾਂਜੀ। ਬਾਣੀ ਕਾਗ ਪਸੁੰਡ ਅਲਾਈ, ਸੁਣ ਜਿਉ ਬਾਇਸ ਦੇਹੀ ਪਾਈ। ਕਾਗ ਪਸੁੰਡ ਰਿਸ਼ੀ ਕਹਿਣ ਲੱਗਾ ਜੀ ਸੁਣੋ, ਮੈਂ ਸੁਣਾ ਦਿੰਦਾ ਕਿ ਚੰਗਾ ਭਲਾ ਆਦਮੀ ਮੈਂ ਕਾਂ ਦੀ ਜੂਨੀ ਵਿੱਚ ਕਿਵੇਂ ਚਲਾ ਗਿਆ। ਇਹ ਮੈਨੂੰ ਕਾਂ ਦਾ ਸਰੀਰ ਜਿਹੜਾ ਮਿਲਿਆ, ਇਹ ਕਿਉਂ ਮਿਲਿਆ ਤੇ ਕਿਵੇਂ ਮਿਲਿਆ? ਹਾਂਜੀ। ਏਕ ਜਨਮ ਮੈਂ ਸ਼ੂਦਰ ਭਾ, ਸ਼ਿਵ ਸੇਵਾ ਮਨ ਲਾਏ। ਇੱਕ ਜਨਮ ਮੇਰਾ ਸ਼ੂਦਰ ਜੂਨੀ ਦਾ ਜਨਮ ਸੀ, ਕਿਉਂਕਿ ਇੱਕ ਵੰਡ ਕਰ ਦਿੱਤੀ ਗਈ। ਬੰਦੇ ਨੂੰ 4 ਹਿੱਸਿਆਂ 'ਚ ਵੰਡ ਦਿੱਤਾ। ਇੱਕੋ ਬੰਦੇ, ਇੱਕ ਵਰਗਾ ਬੰਦਾ ਹੈ, ਪਰ ਉਹਦੇ ਵਿੱਚੋਂ ਇੱਕ ਨੂੰ ਕਹਿਤਾ ਤੂੰ ਬ੍ਰਾਹਮਣ ਹੈ, ਦੂਜੇ ਨੂੰ ਕਹਿਤਾ ਤੂੰ ਕਸ਼ਤਰੀ ਹੈ, ਤੀਜੇ ਨੂੰ ਕਹਿਤਾ ਤੂੰ ਵੈਸ਼ ਹੈ, ਚੌਥੇ ਨੂੰ ਕਹਿਤਾ ਸ਼ੂਦਰ ਹੈ। ਕਹਿੰਦਾ ਵੀ ਮੈਂ ਸ਼ੂਦਰ ਜਾਤੀ ਵਿੱਚ ਸੀ ਤੇ ਮੈਂ ਭਗਵਾਨ ਸ਼ਿਵ ਦੀ ਪੂਜਾ ਕਰਦਾ ਸੀ। ਧਰਮੀ ਸੀ ਮੈਂ ਔਰ ਭਗਵਾਨ ਸ਼ਿਵ ਨੂੰ ਮੰਨਦਾ ਸੀ ਮੈਂ। ਹਾਂਜੀ। ਕਰੋ ਬਿਸਨ ਸੋ ਦ੍ਰੋਹ ਤਬ, ਬਿਨ ਭਵ ਜਾਣ ਨ ਕਾਏ। ਪਰ ਮੈਂ ਵਿਸ਼ਨੂੰ ਜੀ ਨਾਲ ਦਰੋਹ ਕਰਦਾ ਸੀ। ਇੱਥੇ ਦਿੱਲੀ ਨਾ ਤੁਹਾਨੂੰ ਬੜੇ ਐਸੇ ਬੰਦੇ ਮਿਲਣਗੇ, ਕਈਆਂ ਨੂੰ ਕਹਿ ਦਈਏ ਨਾ ਵੀ ਤੁਸੀਂ ਕੋਈ ਆ ਸੇਵਾ ਕਰ ਦਿਓ, ਨਹੀਂ ਨਹੀਂ ਅਸੀਂ ਤਾਂ ਬਾਬੇ ਤੇਗ ਬਹਾਦਰ ਨੂੰ ਮੰਨਦੇ ਆ। ਵੀ ਬਾਬੇ ਤੇਗ ਬਹਾਦਰ ਤੇ ਗੁਰੂ ਹਰਕ੍ਰਿਸ਼ਨ ਸਾਹਿਬ 'ਚ ਕੀ ਫਰਕ ਹੈ? ਕਿਤੇ ਨਾ ਕਿਤੇ ਸਾਡੇ ਤੋਂ ਗਲਤੀ ਹੋ ਰਹੀ ਹੈ। ਇਹ ਸਾਰੇ ਗੁਰੂ ਇੱਕ ਜੋਤ ਹੋਏ ਨੇ, ਸਾਰੇ ਗੁਰੂ ਇੱਕ ਰੂਪ ਹੋਏ ਨੇ। ਹੁਣ ਕਾਗ ਪਸੁੰਡ ਰਿਸ਼ੀ ਕਹਿੰਦਾ ਵੀ ਮੈਂ ਮੰਨਦਾ ਸੀ ਸ਼ਿਵ ਜੀ ਨੂੰ, ਜੇ ਕੋਈ ਵਿਸ਼ਨੂੰ ਜੀ ਦਾ ਨਾਮ ਲੈਂਦਾ ਸੀ ਤੇ ਮੈਂ ਉਹਦੇ ਨਾਲ ਨਫ਼ਰਤ ਕਰਦਾ ਸੀ, ਦਰੋਹ ਕਰਦਾ ਸੀ। ਕਰੋ ਬਿਸ਼ਨ ਸੋ ਦਰੋਹ ਤਬ, ਬਿਨ ਭਵ ਜਾਣ ਨਾ ਕੋਏ।
मैं कहता सी नहीं मेरे शिव जी तो वड्डा कोई नहीं हो सकता, कोई विष्णु नहीं है, कोई होर नहीं है। हाँ जी। रहो उजुद्यापुर के माही भादुर भेख काल एक ताही। एक समा आया कि मैं अयोध्या विच रहिंदा सी, अयोध्या विच, वाह वाह। हुण एक बच्चा चीका मारदा, मां प्यो नूं बिल्कुल नहीं फिक्र इस गल दा कि असी बच्चे नूं बाहर लैके, बच्चा तो छोटा है उन्होंने हुण आपां की कह सकते हैं, ये संभाल करनी मां प्यो का फर्ज है। वो कहंदा जी मैं अयोध्या विच रहिंदा सी ते अयोध्या दे विच एक वक्त ऐसा आया भी काल पै गया, मीह नहीं पिया, मीह नहीं पिया ते अन्न धन पैदा ही नहीं होया। हाँ जी। उठ कर तह ते गयो उजैना रहे विपर तह एक मन चैना। ये जरूर चेता रखना, मनुखी जीवन जीवन वास्ते हवा पानी ते भोजन, जिउंदे रहन वास्ते कार जरूरी नहीं है, जिउंदे रहन वास्ते कूलर जरूरी नहीं है, जिउंदे रहन वास्ते बिजली जरूरी नहीं है, ईवन मंजा बिस्तरा भी जरूरी नहीं है। पर अगर हवा ना मिली, पानी ना मिलिया, भोजन ना मिलिया, जीवन खत्म। आ जिहड़ी बॉर्डर ते जिहड़ी अज गल चल रही है वो भोजन नूं संबंधित है, सानू नहीं समझ आ रही। और जे असी ना इस गल नूं समझे तो वक्त दूर नहीं कि जदों कणक की रोटी खांदिया सानू कणक नहीं लभनी, सानू ब्रैड लैनी पैनी है। तो फिर सानू ये भी पता होना चाहिए भी एक ब्रैड दे पैकेट का रेट की है। हुण ये ऋषि की कहंदा है, कहंदा उत्थे काल पै गया। काल पिया की होया, ना अन्न होया ना धन होया, सारे धन की उपज अन्न तो है, अनाज तो है। कहंदे फिर मैं की कीता, मैं अयोध्या नूं छड्डिया ते मैं उज्जैन चला गया। ये उज्जैन भी 9 पुरियां दे विचों एक पुरी है। इत्थे कहंदे एक पंडित रहिंदा सी, रहे विपत तै एक मन चैना। पंडित सी, विद्वान सी, बड़ा ठहरिया होया सी, चंचल पंडित नहीं सीगा, बहुत टिके जीवन वाला एक उथे विद्वान पंडित सी उज्जैन दे विच। हाँ जी। द्वैत बासना जिन सब नासी गुरु कियो मैं सो पुरबासी। ਉਹਦੇ ਵਿੱਚ द्वैश नहीं सी, इसे करके मैं उन्होंने गुरु धारण कर लिया। नहीं तो पंडित शूद्र का गुरु हो ही नहीं सकता, उन्हें कहना सी चल बाहर। पर वो पंडित इन्ने उच्चे जीवन वाला सी कि इन्हें शूद्र ने कहा जी मैं तुहानू गुरु धारण करना है, वो कहता कर ले। वो ਇਹਦਾ गुरु बन गया तो ये ਉਹਦਾ शिष्य बन गया। हाँ जी। विष्ण भगत कह के सो दृढ़ावे सुन मेरो हिरदा जर जावे। हुण वो की करे जेड़ा पंडित वो कवे भी विष्णु जी की भगती करनी है। हुण गुरु ते उज्जैन विच जाके धारण कर लिया, पर इहनूं जिहनूं पंजाबी च कहंदे ने भी इहदा घेर जिहड़ा सी अयोध्या च फसिया रहा, ये शिव जी तो अगे तुरिया ही नहीं। शहर बदल गया, अयोध्या तो उज्जैन चला गया। हुण अयोध्या दे विच तैनूं गुरु कोई मिलिया नहीं क्योंकि शूद्र सी, उज्जैन विच गया तैनूं पंडित मिल गया, इन्हें गुरु भी धारण कर लिया। हुण गुरु कहंदा है भी शिव विष्णु जी की पूजा कर। ये उन्होंने कहता केड़ा विष्णु, मेरा शिव जी सब तो बड़ा है। हाँ जी। भाव की भगत सदा उर पाऊ विष्णु नाम सुन मन खुन साऊ। मैं भगती शिव जी की कीती, गुरु मैं धारण कर लिया, पर विष्णु जी के बारे उन्होंने मैं कह दिता जी मैं तो नहीं करनी भगती। ना मैं विष्णु जी का नाम सुना, ना मैं ब्रह्मा जी का नाम सुना, मेरा भगवान मेरा इष्ट तो शिव ही है। हाँ जी। हठ करते के बचन बहूरों जो कुछ कहे सो सुनियो ना लोरों। मैं हर वक्त उन्होंने दे बचन मोड़ दिंदा सी, वो कहंदे सी मैं सुनदा ही नहीं सी। हाँ जी।
ਅਨਕ ਭਾਂਤ ਉਪਦੇਸ਼ ਹੀ ਕੈਸੋ ਮਾਨੋ ਨਾਹੇ। ਉਹ ਬੜੇ ਉੱਚੇ ਜੀਵਨ ਵਾਲਾ ਪੰਡਤ ਸੀ। ਉਹਨੇ ਸਮਝਾਉਣਾ, ਕਹਿੰਦਾ ਮੈਂ ਸਮਝਣਾ ਹੀ ਨਾ। ਕਈ ਵਾਰੀ ਮਾਸਟਰ ਨਰਮ ਹੋਵੇ ਨਾ ਤੇ ਵਿਦਿਆਰਥੀ ਉਹਦਾ ਫਾਇਦਾ ਬੜਾ ਚੁੱਕਦੇ ਨੇ। ਹੁਣ ਇਹ ਉੱਚੇ ਜੀਵਨ ਵਾਲਾ ਸੀ, ਜੇ ਹੁੰਦਾ ਦੂਜਾ ਮਾਸਟਰ ਤੇ ਉਹਨੇ ਕਹਿਣਾ ਚੱਲ ਮੇਰੀ ਕਲਾਸ ਚੋਂ ਬਾਹਰ ਚੱਲ। ਗੁਰੂ ਸੀ, ਉਹਨੇ ਸ਼ਿਸ਼ ਸੀਗਾ, ਇਹਨੇ ਕਹਿਣਾ ਚੱਲ ਬਈ ਬੇਦਖਲ। ਉਹਨੇ ਨਹੀਂ ਕੀਤਾ। ਇਹ ਸਭ ਕੁਝ ਕਰਦਾ ਰਿਹਾ। ਇਹ ਆਪਣੇ ਗੁਰੂ ਦੀ ਹਰ ਗੱਲ ਨੂੰ ਮੋੜਦਾ ਰਿਹਾ। ਉਹ ਹਰ ਗੱਲ ਜਿਹੜੀ ਸੀ ਉਹ ਇਹਨੂੰ ਸਮਝਾਉਂਦਾ ਰਿਹਾ। ਬੜੇ ਤਰੀਕੇ ਨਾਲ ਵਿਦਵਾਨ ਸੀ, ਉਹਨੇ ਸਮਝਾਇਆ। ਹਾਂਜੀ। ਗਰਬਾਬੋ ਸਮਝ ਲਗੂ ਦੰਬ ਬਿਖੇ ਬਹੁ ਚਾਹੇ। ਮੈਂ ਹੰਕਾਰ ਕਰਦਾ ਸੀ, ਮੈਂ ਪਖੰਡ ਦੇ ਵਿੱਚ ਮੈਂ ਪ੍ਰਵਿਰਤ ਸੀ, ਛੋਟਾ ਸੀ। ਮੈਂ ਗੁਰੂ ਦੀ ਗੱਲ ਵੱਲ, ਉਸ ਪੰਡਤ ਦੀ ਗੱਲ ਵੱਲ ਬਹੁਤੀ ਤਵੱਜੋ ਨਹੀਂ ਸੀ ਦਿੰਦਾ। ਹਾਂਜੀ। ਸ਼ਿਵ ਮੰਤਰ ਬੈਸਾ ਇੱਕ ਕਾਲਾ ਤਹਿ ਛਿਨ ਆਵਾ ਗੁਰੂ ਕਿਰਪਾਲਾ। ਉਹਦੇ ਤੋਂ ਚੱਲਦੀ ਚੱਲਦੀ ਗੱਲ ਇੱਥੋਂ ਤੱਕ ਆ ਗਈ ਕਿ ਉਹ ਮੈਨੂੰ ਵਿਸ਼ਨੂੰ ਜੀ ਦਾ ਪਾਠ ਪੜਾਉਂਦਾ ਹੈ, ਮੈਂ ਸ਼ਿਵ ਜੀ ਦਾ ਪੜ੍ਹਦਾ। ਕਹਿੰਦਾ ਮੈਂ ਮੰਦਿਰ ਵੀ ਸ਼ਿਵ ਜੀ ਦੇ ਜਾਂਦਾ ਸੀ। ਇੱਕ ਦਿਨ ਮੈਂ ਸ਼ਿਵ ਜੀ ਦੇ ਮੰਦਿਰ ਵਿੱਚ ਬੈਠਾ ਸੀ। ਹੁਣ ਉਹ ਸਮਦਰਸ਼ੀ ਸੀ, ਉਹ ਬ੍ਰਹਮਾ ਜੀ ਦੇ ਮੰਦਿਰ ਵੀ ਜਾਂਦਾ ਸੀ, ਵਿਸ਼ਨੂੰ ਜੀ ਦੇ ਮੰਦਿਰ ਵੀ ਜਾਂਦਾ ਸੀ, ਉਹ ਸ਼ਿਵ ਜੀ ਦੇ ਮੰਦਿਰ ਵੀ ਜਾਂਦਾ ਸੀ। ਕਹਿੰਦਾ ਮੈਂ ਨਹੀਂ ਸੀ ਜਾਂਦਾ। ਕਹਿੰਦਾ ਮੈਂ ਇੱਕ ਦਿਨ ਸ਼ਿਵ ਜੀ ਦੇ ਮੰਦਿਰ ਵਿੱਚ ਬੈਠਾ ਸੀ ਤੇ ਉਹ ਪੰਡਤ ਗੁਰੂ ਆ ਗਿਆ ਤੇ ਕਹਿੰਦਾ ਮੈਂ ਫਿਰ ਖੁਣ ਸਿਖਾ ਲਈ ਵੀ ਇੱਥੇ ਕੀ ਲੈਣ ਆਇਆ, ਵੀ ਇਹ ਤੇ ਮੇਰਾ ਭਗਵਾਨ ਹੈ, ਤੇਰਾ ਭਗਵਾਨ ਤੇ ਵਿਸ਼ਨੂੰ ਹੈ। ਉਹ ਆਇਆ, ਕਹਿੰਦਾ ਮੈਂ ਉੱਠਿਆ ਹੀ ਨਹੀਂ, ਉਹਦਾ ਸਨਮਾਨ ਹੀ ਨਹੀਂ ਕੀਤਾ। ਹਾਂਜੀ। ਉਠ ਕਰ ਤਬ ਨਾ ਕੀਨ ਸਨਮਾਨਾ ਸਿਰ ਨਾ ਨਿਵਾਇਓ ਗਰਭ ਮਹਾਨਾ। ਨਾ ਮੱਥਾ ਟੇਕਿਆ ਆਪਣੇ ਗੁਰੂ ਨੂੰ, ਨਾ ਉਹਦੇ ਪੈਰੀਂ ਹੱਥ ਲਾਇਆ, ਨਾ ਉੱਠ ਕੇ ਉਹਦਾ ਸਨਮਾਨ ਕੀਤਾ। ਹਾਂਜੀ। ਮਾਨ ਅਮਾਨ ਏਕ ਸਮਤਾ ਕੇ ਫਰਖ ਸੋਗ ਹਿਰਦੇ ਨਹਿ ਜਾ ਕੇ। ਪਰ ਉਹਨੇ ਮੈਨੂੰ ਫਿਰ ਵੀ ਕੁਝ ਨਹੀਂ ਕਿਹਾ। ਨਹੀਂ ਤਾਂ ਉਹਨੂੰ ਕਹਿਣਾ ਚਾਹੀਦਾ ਸੀ, ਉਹ ਦੁਸ਼ਟਾ, ਤੈਨੂੰ ਇੰਨੀ ਵੀ ਲਿਆਕਤ ਭੁੱਲ ਗਈ ਕਿ ਮੈਂ ਤੇਰਾ ਗੁਰੂ ਹਾਂ। ਨਾ, ਉਹ ਕਹਿੰਦਾ ਮੈਨੂੰ ਉਹਨੇ ਕੁਛ ਨਹੀਂ ਕਿਹਾ, ਨਾ ਗੁੱਸਾ ਕੀਤਾ ਉਹਨੇ, ਕਿਉਂਕਿ ਉਹ ਸਮਦ੍ਰਿਸ਼ਟੀ ਸੀ, ਬੜੇ ਉੱਚੇ ਜੀਵਨ ਵਾਲਾ ਪੰਡਤ ਸੀ ਉਹ। ਮੇਰੀ ਗਲਤੀ ਤੋਂ ਵੀ ਉਸਨੇ ਮੈਨੂੰ ਤਾੜਿਆ ਨਹੀਂ। ਹਾਂਜੀ। ਸਮਦਰਸ਼ੀ ਨੈ ਬੋਲਿਓ ਸੋਈ ਗਿਰਾਗਰੀ ਛੁਪਾਉਣ ਤੇ ਹੋਈ। ਪਰ ਫਿਰ ਉਸ ਵੇਲੇ ਇੱਕ ਚਮਤਕਾਰ ਹੋਇਆ। ਕਹਿੰਦੇ ਮੰਦਿਰ ਚੋਂ ਆਵਾਜ਼ ਆਈ, ਪੰਡਤ ਤਾਂ ਨਹੀਂ ਬੋਲਿਆ, ਗੁਰੂ ਤਾਂ ਨਹੀਂ ਬੋਲਿਆ, ਪਰ ਕਹਿੰਦਾ ਜਿਸ ਇਸ਼ਟ ਨੂੰ, ਸ਼ਿਵ ਜੀ ਨੂੰ ਮੈਂ ਮੰਨਦਾ ਸੀ, ਕਹਿੰਦੇ ਉਹ ਬੋਲ ਪਿਆ। ਹਾਂਜੀ। ਦੁਸ਼ਟ ਨਰਕ ਅਬ ਪਰਿਐ ਜਾਈ ਬਹੁਰ ਤ੍ਰਿਗਦ ਬਾ ਜੋਣ ਪਰਮਾਈ। ਉਸ ਮੰਦਿਰ ਚੋਂ ਆਵਾਜ਼ ਆਈ, ਉਹ ਦੁਸ਼ਟਾ ਜਾਂ ਨਰਕਾਂ ਵਿੱਚ ਪੈ, ਜਾ ਕੇ ਤ੍ਰਿਗਦ ਜੂਨਾ ਭੋਗ। ਮੰਦਿਰ ਚੋਂ ਆਵਾਜ਼ ਆਈ ਕਿ ਤੂੰ ਗੁਰੂ ਦਾ ਅਨਾਦਰ ਕੀਤਾ ਤੇ ਹੁਣ ਤੈਨੂੰ ਟੇਢੀਆਂ ਜੂਨਾ ਭੋਗਣੀਆਂ ਪੈਣਗੀਆਂ, ਤ੍ਰਿਗਦ ਜੂਨਾ, ਤੈਨੂੰ ਨਰਕਾਂ ਦੇ ਭੋਗ ਭੋਗਣੇ ਪੈਣਗੇ। ਹਾਂਜੀ। ਭੋਗ ਅਵਗਿਆ ਕੋ ਦੁਖ ਭਾਰੀ ਜਗ ਦੰਬੀ ਤੂੰ ਰਿਦੇ ਹੰਕਾਰੀ। ਤੂੰ ਪਖੰਡੀ ਹੈ, ਧਰਮ ਦਾ ਪਖੰਡ ਕਰਦੇ, ਤੇ ਧਰਮ ਇਹ ਥੋੜਾ ਕਹਿੰਦਾ ਵੀ ਵਿਤਕਰਾ ਕਰੋ ਕਿਸੇ ਨਾਲ। ਤੂੰ ਹੰਕਾਰੀ ਹੈ, ਹੁਣ ਤੈਨੂੰ ਵੱਡੇ ਦੁੱਖ ਭੋਗਣੇ ਪੈਣਗੇ। ਹਾਂਜੀ। ਕਰੈ ਬਿਸ਼ਨ ਸੋ ਦ੍ਰੋਹ ਤੂੰ ਗੁਰੂ ਨਿਰਾਦਨ ਕੀਨਾ। ਤੂੰ ਵਿਸ਼ਨੂੰ ਜੀ ਦਾ ਵੀ ਅਨਾਦਰ ਕਰਦਾ ਹੈ, ਅੱਜ ਤੂੰ ਆਪਣੇ ਗੁਰੂ ਦਾ ਵੀ ਅਨਾਦਰ ਕੀਤਾ ਹੈ। ਹਾਂਜੀ। ਜਾਂ ਤੇ ਜਮ ਡੰਡਾ ਸਹੋ ਹੋਵੋ ਕਸ਼ਟ ਅਤੀਨਾ। ਹੁਣ ਤੈਨੂੰ ਜਮਾਂ ਦਾ ਡੰਡਾ ਸਹਾਰਨਾ ਪਵੇਗਾ, ਬਾਰ-ਬਾਰ ਜੰਮਣਾ ਪਵੇਗਾ, ਮਰਨਾ ਪਵੇਗਾ, ਤੇ ਆਪੇ ਜਮ ਡੰਡ ਤੇ ਸਜ਼ਾ ਤਾਂ ਮਿਲੇਗੀ ਨਾ। ਜਾ ਕੇ ਦੁੱਖ ਭੋਗ। ਹਾਂਜੀ।
ਸੁਣਿਓ ਸਰਾਪ ਜਬ ਜੋ ਗੁਰ ਮੋਰਾ ਭਈ ਦਇਆ ਤਹਿ ਸ਼ੰਭ ਨਿਹੋਰਾ। ਕਹਿੰਦੇ ਇਹ ਗੱਲ ਸੁਣ ਕੇ ਮੇਰੇ ਗੁਰੂ ਨੂੰ ਦਇਆ ਆ ਗਈ, ਉਸ ਪੰਡਤ ਨੂੰ ਤਰਸ ਆ ਗਿਆ ਕਿ ਮੇਰਾ ਸ਼ਿਸ਼ ਹੋਵੇ, ਭਾਵੇਂ ਉਹ ਗਲਤ ਹੈ। ਹੁਣ ਇੱਥੇ ਜਾ ਕੇ ਤੁਸੀਂ ਸਮਝ ਪਾਓਗੇ, ਬੱਚੇ ਜਿੰਨੇ ਮਰਜ਼ੀ ਮਾੜੇ ਹੋਣ, ਕਦੇ ਮਾਂ ਪਿਓ ਨੇ ਕਿਹਾ ਕਾਕਾ ਤੂੰ ਨਰਕਾਂ ਵਿੱਚ ਪੈ? ਕਦੇ ਬੱਚਿਆਂ ਨੂੰ ਮਾਂ ਪਿਓ ਸਰਾਫ ਨਹੀਂ ਦਿੰਦਾ। ਹੁਣ ਉਹ ਜਿਹੜਾ ਗੁਰੂ ਸੀ ਉਹ ਵਾਕਈ ਗੁਰੂ ਦੀ ਪਦਵੀ ਨੂੰ ਪ੍ਰਾਪਤ ਸੀ। ਜੇ ਤੇ ਅੱਜ ਵਰਗਾ ਪੰਡਤ ਹੁੰਦਾ ਤੇ ਅੱਧੀ ਕੁ ਇੰਡੀਆ ਤੇ ਸਾੜ ਹੀ ਦਿੰਦਾ। ਵੇਖੋ ਪੰਡਤ ਹਰਦਿਆਲ ਵੀ ਸੀ, ਜਿੱਦਣ ਬਾਬੇ ਨਾਨਕ ਨੂੰ ਜਨੇਊ ਪਾਉਣਾ ਸੀ ਉਹਨੇ ਤੇ ਧਾਗਾ ਵੱਟ ਲਿਆ ਸੀ, ਬਰਾਦਰੀ ਬੈਠੀ ਸੀ ਤੇ ਬਾਬੇ ਨਾਨਕ ਨੇ ਕਿਹਾ ਵੀ ਮੈਂ ਤੇ ਨਹੀਂ ਪਾਉਣਾ। ਉਹਨੇ ਕਿਹਾ ਜੀ ਕੋਈ ਗੱਲ ਨਹੀਂ ਪਾਉਣਾ। ਤੇ ਜੇ ਕਿਤੇ ਹੁੰਦਾ ਅੱਗ ਲਾਊ ਪੱਗ ਲਾਊ ਪੰਡਤ, ਤੇ ਉਹਨੇ ਕਿਹੜਾ ਸੀ ਕਾਲੂ ਆ ਕੀ ਜੰਮ ਲਿਆਈ। ਜਿਹੜਾ ਧਰਮ ਦਾ ਵਿਨਾਸ਼ ਕਰੇ, ਜਿਹੜਾ ਧਰਮ ਦਾ ਅਨਾਦਰ ਕਰੇ, ਮੈਂ ਸਾਰੇ ਪਿੰਡ ਨੂੰ ਹੁਕਮ ਕਰਦਾ ਵੀ ਕਾਲੂ ਨਾਲ ਕਿਸੇ ਨਹੀਂ ਵਰਤਣਾ, ਇਹਦਾ ਬੱਚਾ ਬਾਗੀ ਹੈ। ਨਹੀਂ, ਪੰਡਤ ਹਰਦਿਆਲ ਨੇ ਇੱਕ ਵੀ ਸ਼ਬਦ ਨਹੀਂ ਸੀ ਬੋਲਿਆ। ਉਹਨੇ ਕਿਹਾ ਨਾਨਕ ਜੀ ਬਿਲਕੁਲ ਠੀਕ ਹੈ, ਤੁਸੀਂ ਨਹੀਂ ਪਾਉਣਾ ਤੇ ਕੋਈ ਗੱਲ ਨਹੀਂ ਤਾਂ ਉਸਦੇ ਤਲਵੰਡੀ ਨੂੰ ਅੱਧੀ ਤਲਵੰਡੀ ਨੂੰ ਸਾੜਿਆ ਜਾ ਸਕਦਾ ਸੀ। ਉੱਥੇ ਫਿਰਕਾ ਪ੍ਰਸਤੀ ਦਾ ਬੀਜ ਬੀਜਿਆ ਜਾ ਸਕਦਾ ਸੀ। ਇਹ ਪੰਡਤ ਵੀ ਬਹੁਤ ਚੰਗਾ ਪੰਡਤ ਸੀ, ਸਮਦਰਸ਼ੀ ਸੀ। ਮੰਦਰ ਦੀ ਆਵਾਜ਼ ਸੁਣ ਕੇ ਉਸ ਪੰਡਤ ਨੇ ਕੀ ਕੀਤਾ, ਸੁਣਿਓ ਸਰਾਫ ਜਬ ਜੋ ਗੁਰ ਮੋਰਵਾ ਭਈ ਦਇਆ ਤੇ ਸ਼ੰਭ ਨਿਹੋਰਾ। ਕਹਿੰਦੇ ਉਸ ਪੰਡਤ ਨੇ ਹੱਥ ਜੋੜੇ, ਹੇ ਭਗਵਾਨ ਸ਼ਿਵ, ਮੰਦਰ 'ਚ ਸੀ ਨਾ ਖਲੋਤਾ, ਉਹਨੇ ਉਸ ਮੰਦਰ ਦੇ ਇਸ਼ਟ ਨੂੰ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ। ਹਾਂਜੀ। ਅਨਕ ਭਾਂਤ ਕੀ ਉਸਤਤ ਠਾਨੀ ਚੰਦਰ ਚੂੜ ਬੋਲੇ ਗੁਣ ਬਾਨੀ। ਸ਼ਿਵ ਜੀ ਦਾ ਇੱਕ ਨਾਮ ਭਵ ਵੀ ਹੈ, ਸ਼ਿਵ ਜੀ ਦਾ ਇੱਕ ਨਾਮ ਚੰਦਰਚੂੜ ਵੀ ਹੈ। ਹੁਣ ਸ਼ਿਵ ਜੀ ਦੇ ਕਈ ਨਾਮ ਨੇ। ਇਸ ਪੰਡਤ ਨੇ ਚੰਦਰਚੂੜ ਕਹਿ ਕੇ ਬੋਲੇ ਪੁੰਨ ਬਾਣੀ, ਪਹਿਲਾਂ ਉਹਦੀ ਉਸਤਤ ਕੀਤੀ ਵੀ ਭਗਵਾਨ ਤੁਸੀਂ ਤੇ ਬੜੇ ਵੱਡੇ ਹੋ, ਤੁਸੀਂ ਤੇ ਅਵਤਾਰ ਹੋ ਇਸ ਧਰਤੀ ਦੇ। ਹਾਂਜੀ। ਹੇ ਦਿਜ ਤੋਰ ਦਇਆ ਕਰ ਜਾਂ ਕੋ ਸਰਬ ਜਨਮ ਕੀ ਸੁਧ ਰਹਿਤਾਂ ਕੋ। ਆਪਾਂ ਰੋਜ਼ ਪੜ੍ਹਦੇ ਆ ਮਹਾਦੇਵ ਕੋ ਕਹਿਤ ਸਦਾ ਸ਼ਿਵ। ਜਿਹੜਾ ਹਰ ਹਰ ਮਹਾਦੇਵ ਹੈ ਇਹ ਵੀ ਸ਼ਿਵ ਜੀ ਨੂੰ ਕਹਿੰਦੇ ਨੇ, ਚੰਦਰਚੂੜ ਵੀ ਸ਼ਿਵ ਜੀ ਨੂੰ ਕਹਿੰਦੇ ਨੇ, ਭਵ ਵੀ ਸ਼ਿਵ ਜੀ ਨੂੰ ਕਹਿੰਦੇ ਨੇ, ਸ਼ਿਵ ਜੀ ਵੀ ਸ਼ਿਵ ਜੀ ਨੂੰ ਕਹਿੰਦੇ ਨੇ। ਇਸ ਪੰਡਤ ਨੇ ਸ਼ਿਵ ਜੀ ਨੂੰ ਬੇਨਤੀ ਕੀਤੀ ਕਿ ਹੇ ਦਿਜ ਤੋਰ ਦਇਆ ਕਰ ਜਾਂ ਕੋ ਸਰਬ ਜਨਮ ਕੀ ਸੁਧ ਰਹਿਤਾ ਕੋ। ਹੁਣ ਇਹਨੇ ਜਦੋਂ ਚੰਦਰਚੂੜ ਨੂੰ ਬੇਨਤੀ ਕੀਤੀ ਤਾਂ ਫਿਰ ਕੀ ਹੋਇਆ, ਹੇ ਦਿਜ ਤੋਰ ਦਇਆ ਕਰ ਜਾਂ ਕੋ, ਕਿ ਪੰਡਤ ਤੂੰ ਗੁਰੂ ਹੈ, ਜੇ ਤੂੰ ਇਹਨੂੰ ਬਖਸ਼ਣਾ ਚਾਹੁੰਦਾ ਹੈ ਤੇ ਇੱਕ ਵਾਰ ਮੈਂ ਦੇਣਾ। ਸ਼ਿਵ ਜੀ ਕਹਿਣ ਲੱਗੇ ਕਿ ਸਰਬ ਜਨਮ ਕੀ ਸੁਧ ਰਹਿਤਾ ਕੋ। ਇਹ ਹੁਣ ਜਿਹੜੀ ਮਰਜ਼ੀ ਜੂਨੀ ਵਿੱਚ ਜਾਵੇ, ਇਹਨੂੰ ਹਰ ਆਪਣੀ ਜੂਨੀ ਦੀ ਸੁਧ ਰਵੇਗੀ, ਇਹਨੂੰ ਪਤਾ ਰਵੇਗਾ ਪਿਛਲੀ ਜੂਨੀ ਕਿਹੜੀ ਸੀ, ਉਦੋਂ ਪਿਛਲੀ ਕਿਹੜੀ ਸੀ, ਇਹਨੂੰ ਜਨਮਾਂ ਜਨਮਾਂਤਰਾਂ ਦੀ ਖਬਰ ਰਵੇਗੀ। ਹਾਂਜੀ। ਬਿਰਥਾ ਨ ਸ਼ਰਾਪ ਹੋਤ ਹੈ ਮੋਰਾ ਸਹੀ ਨਰਕ ਮਹਿ ਇਹ ਦੁਖ ਘੋਰਾ। ਸਰਾਫ ਮੇਰਾ ਵਿਅਰਥ ਨਹੀਂ ਜਾਏਗਾ, ਨਰਕਾਂ ਦੇ ਵਿੱਚ, ਘੋਰ ਨਰਕਾਂ ਦੇ ਵਿੱਚ ਇਹਨੂੰ ਪੈਣਾ ਪਵੇਗਾ। ਪਰ ਤੂੰ ਇਹਨੂੰ ਮਾਫ ਕਰਦਾ ਹੈ ਤੇ ਮੈਂ ਇੱਕ ਵਾਰ ਦੇ ਦੇਣਾ ਕਿ ਜੂਨੀਆਂ ਤੇ ਤੈਨੂੰ ਭੋਗਣੀਆਂ ਪੈਣਗੀਆਂ, ਪਰ ਤੈਨੂੰ ਸੋਝੀ ਰਵੇਗੀ। ਨਹੀਂ ਤੇ ਪਸ਼ੂ ਜੂਨੀ ਵਿੱਚ ਕੋਈ ਸਮਝ ਨਹੀਂ ਹੈ। ਪਸ਼ੂ ਨੂੰ ਤੇ ਵੀ ਨਹੀਂ ਪਤਾ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ। ਕਈ ਵਾਰੀ ਅਸੀਂ ਬੰਦੇ ਨੂੰ ਵੀ ਕਹਿੰਦੇ ਨੇ ਵੀ ਤੂੰ ਡੰਗਰ ਹੈ, ਪਸ਼ੂ ਹੈ, ਭਾਵੇਂ ਤੇਰਾ ਦਿਮਾਗ ਨਹੀਂ ਕੰਮ ਕਰਦਾ। ਵਾਕਈ ਪਸ਼ੂ ਦਾ ਦਿਮਾਗ ਨਹੀਂ ਕੰਮ ਕਰਦਾ,
ਪਸ਼ੂਆਂ ਵਿੱਚੋਂ ਥੋੜੇ ਜਿਹੇ ਪਸ਼ੂ ਨੇ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ, ਜਿਨ੍ਹਾਂ ਦਾ ਕਰਦਾ ਹੈ ਉਹਨਾਂ ਨੂੰ ਬੰਦੇ ਨੇ ਵਰਤਿਆ ਵੀ ਹੈ, ਉਹਨਾਂ ਤੋਂ ਬੰਦੇ ਨੇ ਆਪਣੀਆਂ ਬੁੱਤੀਆਂ ਵੀ ਕਰਾਈਆਂ ਨੇ, ਆਪਣੇ ਕੰਮ ਵੀ ਕਰਾਏ ਨੇ, ਭਾਵੇਂ ਉਹ ਘੋੜਾ ਹੋਵੇ, ਕੁੱਤਾ ਹੋਵੇ, ਬਿੱਲੀ ਹੋਵੇ, ਹਾਥੀ ਹੋਵੇ, ਤੋਤਾ ਹੋਵੇ, ਕਬੂਤਰ ਹੋਵੇ। ਅੱਜ ਜਿੰਨਾ ਡਾਕ ਸਿਸਟਮ ਹੈ, ਪਹਿਲਾਂ ਕਬੂਤਰ ਹੀ ਚਲਾਉਂਦਾ ਸੀ, ਇੱਕ ਥਾਂ ਤੋਂ ਦੂਜੀ ਥਾਂ ਚਿੱਠੀ ਕੌਣ ਲੈ ਕੇ ਜਾਂਦਾ ਸੀ। ਅੱਜ ਵੀ ਇੰਟੈਲੀਜੈਂਸੀਆਂ ਦੇ ਵਿੱਚ ਕਬੂਤਰ ਵਰਤਿਆ ਜਾਂਦਾ ਹੈ। ਹਾਂਜੀ। ਭਰਿਓ ਤਬੇ ਮੈਂ ਨਰਕ ਮਜਾਰੀ, ਮਿਲੀ ਸਾਸ ਨਾਮੋ ਕੋ ਪਾਰੀ। ਉਦੋਂ ਦੀ ਮੈਨੂੰ ਇਹ ਸਾਸ਼ਨਾ ਮਿਲੀ ਹੈ ਕਿ ਮੇਰੀ ਮੌਤ ਹੋ ਗਈ ਤੇ ਮੈਂ ਨਰਕਾਂ ਦਾ ਅਧਿਕਾਰੀ ਬਣ ਗਿਆ। ਹਾਂਜੀ। ਘਰ ਕਹਿ ਬਿਖੇ ਪਰੀ ਜਮ ਫਾਸਾ, ਬਿਤਿਓ ਕਾਲ ਕਿਤ ਤਬੈ ਨਿਕਾਸਾ। ਫਿਰ ਕਈ ਜਨਮ ਬੀਤ ਗਏ, ਕਈ ਜੂਨੀਆਂ ਮੇਰੀ ਇਸੇ ਤਰ੍ਹਾਂ ਹੀ ਬਤੀਤ ਹੋ ਗਈਆਂ। ਹਾਂਜੀ। 84 ਲੱਖ ਜੋਨ ਪੁੰਨ, ਭਰਮਿਓ ਸਭ ਕੇ ਮਾਹੇ। 84 ਲੱਖ ਜੂਨਾਂ ਦੇ ਮੈਂ ਭੋਗ ਭੋਗੇ, ਜੰਮਿਆ ਮਰਿਆ ਫਿਰ ਜੰਮਿਆ। ਹਾਂਜੀ। ਅਸ ਸਰੀਰ ਨਹਿ ਕੋ ਰਹਿਓ, ਜਿਹ ਮਹਿ ਜਨਮਿਓ ਨਾਹੇ। ਕੋਈ ਜੂਨੀ ਐਸੀ ਨਹੀਂ ਜਿਹੜੀ ਮੈਂ ਨਹੀਂ ਵੇਖੀ, ਜਿਹੜੀ ਜੂਨੀ ਮੈਂ ਨਹੀਂ ਭੋਗੀ। ਹਾਂਜੀ। ਬਹੁਰੋ ਬਿਪਰ ਜਨਮ ਕੋ ਪਾਵਾ, ਸਗੁਣ ਉਪਾਸਨ ਮਹਿ ਮਨ ਲਾਵਾ। ਫਿਰ ਮੈਨੂੰ ਮਨੁੱਖਾ ਜੂਨੀ ਮਿਲੀ। ਮਨੁੱਖਾ ਜੂਨੀ ਚ ਮੇਰਾ ਜਨਮ ਜਿਹੜਾ ਸੀ ਉਹ ਪੰਡਤ ਘਰਾਣੇ ਵਿੱਚ ਹੋਇਆ, ਬ੍ਰਾਹਮਣ ਬਣ ਗਿਆ ਮੈਂ। ਬਹੁਰੋ ਬਿਪਰ ਜਨਮ ਕੋ ਪਾਵਾ, ਸਗੁਣ ਉਪਾਸਨ ਮਨ ਮੈਂ ਲਾਵਾ। ਫਿਰ ਰੱਬ ਦੇ ਜਿਹੜੇ ਗੁਣ ਨੇ ਮੈਂ ਉਹਨਾਂ ਦੀ ਉਪਾਸਨਾ ਫਿਰ ਸ਼ੁਰੂ ਕੀਤੀ, ਭਗਤੀ ਸ਼ੁਰੂ ਕੀਤੀ। ਹਾਂਜੀ। ਸਰਬ ਜਨਮ ਕੀ ਸੁਧ ਮੋਹਿ ਰਹੀ, ਸਿਵ ਕੋ ਸ਼ਰਾਪ ਸਬਰ ਪਾਸਹੀ। ਔਰ ਮੈਨੂੰ ਇਹ ਪਤਾ ਸੀ ਕਿ ਇੱਕ ਜਨਮ ਚ ਮੈਨੂੰ ਸ਼ਿਵ ਜੀ ਦਾ ਸ਼ਰਾਪ ਵੀ ਮਿਲਿਆ ਹੈ। 84 ਲੱਖ ਜੂਨਾਂ ਦੀ ਮੈਨੂੰ ਖਬਰ ਵੀ ਸੀ, ਤੇ ਹੁਣ ਮੇਰੀ ਜਿਹੜੀ ਜੂਨੀ ਸੀ ਉਹ ਮਨੁੱਖ ਵਾਲੀ ਸੀ, ਤੇ ਮਨੁੱਖਾਂ ਦੇ ਵਿੱਚੋਂ ਜਿਹੜੀ ਮੇਰੀ ਜਾਤੀ ਸੀ ਉਹ ਬ੍ਰਾਹਮਣ ਸੀ। ਹਾਂਜੀ। ਏਕ ਦਿਵਸ ਲਓ ਮਸ ਰਿਖ ਪਾਹੀ, ਬੈਠੇ ਹੋ ਸੁਨਨ ਬਚਨ ਚਿਤ ਚਾਹੀ। ਰਿਸ਼ੀਆਂ ਮੁਨੀਆਂ ਵਿੱਚ ਇੱਕ ਨਾਮ ਲੋਮਸ ਵੀ ਆਉਂਦਾ ਹੈ। ਇਹਦੇ ਲਿਖਣ ਦਾ ਜਿਹੜਾ ਅੱਖਰ ਹੈ, ਲੱਲੇ ਨੂੰ ਕਨੌੜਾ, ਮੰਮਾ ਤੇ ਸੱਸਾ। ਤੁਹਾਨੂੰ ਲੱਗੇਗਾ ਸ਼ਾਇਦ ਅੰਗਰੇਜ਼ਾਂ ਦਾ ਨਾਮ ਹੈ, ਨਹੀਂ, ਇਹ ਅੰਗਰੇਜ਼ਾਂ ਦਾ ਨਾਮ ਨਹੀਂ ਹੈ। ਇਹ ਵੀ ਇੱਕ ਰਿਸ਼ੀ ਹੋਇਆ, ਲੋਮਸ ਰਿਸ਼ੀ। ਕਹਿੰਦੇ ਮੈਂ ਬ੍ਰਾਹਮਣ ਸੀ, ਇੱਕ ਦਿਨ ਮੈਂ ਲੋਮਸ ਰਿਸ਼ੀ ਦੇ ਕੋਲ ਬੈਠਾ ਸੀ। ਬੈਠਿਓ ਸੁਣਨ ਬਚਨ ਚਿਤ ਚਾਹੀ। ਮੈਂ ਕਿਹਾ ਮਹਾਤਮਾ ਜੀ ਕੋਈ ਬਚਨ ਸੁਣਾਓ, ਸਿੱਖਿਆ ਦਿਓ। ਹਾਂਜੀ। ਆਪਣਾ ਮਨੋਰਥ ਮੈਂ ਜੋ ਸੁਨਾਵਾ, ਤੇ ਨਿਰਗੁਣ ਉਪਦੇਸ਼ ਅਲਾਵਾ। ਜਦੋਂ ਮੈਂ ਆਪਣਾ ਮਨਸ਼ਾ ਦੱਸਿਆ ਵੀ ਮੈਨੂੰ ਕੀ ਤੁਹਾਡੇ ਕੋਲੋਂ ਸੁਣਨਾ ਹੈ, ਤੇ ਇਹ ਨਿਰਗੁਣ ਉਪਦੇਸ਼ ਅਲਾਵਾ। ਉਹਨਾਂ ਕਿਹਾ ਵੀ ਇਹ ਤਾਂ ਨਿਰਗੁਣ ਹੈ, ਇਹਦਾ ਤੇ ਆਕਾਰ ਹੀ ਕੋਈ ਨਹੀਂ ਹੈ। ਹਾਂਜੀ। ਮਮ ਹਿਰਦੇ ਮਹਿ ਰੁਚੈ ਨ ਕੋ, ਬਹੁਤ ਭਾਂਤ ਸਮਝਾਵਤ ਸੋ। ਕਹਿੰਦਾ ਮੈਂ ਫਿਰ ਆਪਣੇ ਉਸ ਲੋਮਸ ਰਿਸ਼ੀ ਨਾਲ ਹੀ ਮੱਥਾ ਲਾ ਲਿਆ। ਇਹ ਮੈਂ ਵੇਖਿਆ ਵੀ ਇਹ ਜਾਤੀ ਸਾਡੇ 'ਚ ਹੈਗੀ ਹੈ। ਕਈ ਬੰਦੇ ਐਸੇ ਨੇ, ਉਹਨਾਂ ਨੂੰ ਜਿੱਥੇ ਮਰਜ਼ੀ ਬਿਠਾ ਦਿਓ, ਉਹਨਾਂ ਨੇ ਉਹ ਜਿਵੇਂ ਮੱਝਾਂ ਸਿੰਘ ਫਸਾਉਂਦੀਆਂ ਨੇ ਨਾ, ਉਹਨਾਂ ਨੇ ਸਿਰ ਫਸਾ ਹੀ ਲੈਣਾ। 84 ਲੱਖ ਜੂਨਾਂ ਭੋਗਣ ਤੋਂ ਬਾਅਦ ਬੰਦਾ ਬਣਿਆ, ਬੰਦਾ ਬ੍ਰਾਹਮਣ ਬਣਿਆ, ਫਿਰ ਲੋਮਸ ਰਿਸ਼ੀ ਮਿਲਿਆ। ਹੁਣ ਰਿਸ਼ੀ ਨੂੰ ਸਵਾਲ ਵੀ ਆਪ ਹੀ ਕੀਤਾ ਤੇ ਸਿੰਘ ਵੀ ਆਪ ਹੀ ਫਸਾ ਲਏ। ਲੋਮਸ ਰਿਸ਼ੀ ਕਹਿੰਦਾ ਵੀ ਇਹ ਨਿਰਗੁਣ ਹੈ। ਕਹਿੰਦਾ ਮੈਂ ਅੜ ਗਿਆ ਵੀ ਨਹੀਂ ਜੀ, ਨਿਰਗੁਣ ਨਹੀਂ, ਇਹ ਸਰਗੁਣ ਹੈ। ਹੁਣ ਰਿਸ਼ੀ ਦੀ ਤੇ ਇਸ ਬ੍ਰਾਹਮਣ ਦੀ ਆਪਸ ਵਿੱਚ ਬਹਿਸ ਹੋ ਗਈ। ਹਾਂਜੀ। ਬੂਝੋ ਸਗੁਣ ਹੈ ਬਾਰੰਗ ਬਾਰੂ, ਨਿਗੁਣ ਤਰਕਤ ਬਚਨ ਉਚਾਰੂ। ਮੈਂ ਬੜੀ ਵਾਰੀ ਬੁੱਝਿਆ, ਪਰ ਉਹ ਹਰ ਵਾਰੀ ਕਹਿਣ ਵੀ ਨਹੀਂ ਇਹ ਨਿਰਗੁਣ ਹੈ, ਮੈਂ ਕਵਾਂ ਸਰਗੁਣ ਹੈ। ਹਾਂਜੀ। ਮਮ ਮਤ ਲਖ ਲਉ ਮਸ ਵਿਪਰੀਤੀ, ਕਰ ਕਸ਼ ਰਿਸ ਬੋਲਿਓ ਆਸਰੀਤੀ। ਤੇ ਲੋਮਸ ਰਿਸ਼ੀ ਨੂੰ ਗੁੱਸਾ ਆ ਗਿਆ, ਉਹਦੇ ਮਨ ਵਿੱਚ ਰੋਸ ਆ ਗਿਆ ਵੀ ਤੂੰ ਮੇਰੇ ਨਾਲ ਗੱਲ ਕਰਦਾ ਹੀ ਕਿਉਂ ਜੇ ਮੇਰੀ ਸੁਣਨੀ ਨਹੀਂ ਤਾਂ।
ਦੇਖੋ ਗੱਲ ਤੇ ਠੀਕ ਹੈ, ਜੇ ਤੁਸੀਂ ਕਿਸੇ ਦੀ ਗੱਲ ਨਾ ਸੁਣਨੀ ਹੋਵੇ ਤੇ ਬਾਣੀ 'ਚ ਲਿਖਿਆ ਹੈ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਦੇਖੋ ਘਰ 'ਚ ਪਤਾ ਲੜਾਈ ਕਿਉਂ ਹੁੰਦੀ ਹੈ, ਤੁਸੀਂ ਕੋਈ ਗੱਲ ਕੀਤੀ, ਅੱਗੋਂ ਘਰ ਵਾਲੀ ਕਹਿੰਦੀ ਨਹੀਂ ਜੀ ਤੁਸੀਂ ਮੈਨੂੰ ਬਿਲਕੁਲ ਨਾ ਬੁਲਾਓ, ਵੀ ਨਾ ਬੁਲਾਓ 10 ਮਿੰਟ ਜਾਨ ਨਿਕਲਦੀ ਹੈ ਭਲਾ। ਆਪਾਂ ਕੀ ਕਰਦੇ, ਹਾਂ ਹਾਂ ਤੂੰ ਮੇਰੇ ਨਾਲ ਕਿਉਂ ਨਹੀਂ ਬੋਲੇਂਗੀ, ਉਹ ਕਹਿੰਦੀ ਮੈਂ ਨਹੀਂ ਬੋਲਦੀ। ਲਓ ਜੀ ਉੱਥੋਂ ਡਾਂਗ ਛੋਟਾ ਸ਼ੁਰੂ ਹੁੰਦਾ, ਉੱਥੋਂ ਠਾਣੇ ਬਿਠਾਣੀ, ਮੁੜ ਕੇ ਤੁਹਾਨੂੰ ਪਤਾ ਹੀ ਹੈ ਵਕੀਲ ਕਿਹੜਾ ਕਿਸੇ ਦੇ ਮਾਸੜ ਹੁੰਦੇ ਨੇ, ਉਹ ਰਾਹ ਵਿਖਾ ਦਿੰਦੇ ਨੇ ਵੀ ਚਲੋ ਜੀ ਅੱਗੇ ਚੱਲੋ ਕੋਰਟ ਕਚਹਿਰੀ। ਸਿਰਫ ਨਿੱਕੀ ਜੀ ਗੱਲ ਹੈ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਇਹ ਏਡਾ ਵੱਡਾ ਪਾਠ ਹੈ। ਜਦੋਂ ਤੁਹਾਨੂੰ ਲੱਗੇ ਵੀ ਇਸ ਗੱਲ ਵਿੱਚ ਕੋਈ ਫਾਇਦਾ ਨਹੀਂ, ਇਹਦੇ ਨਾਲ ਬਹਿਸ ਹੋ ਸਕਦੀ ਹੈ, ਲੜਾਈ ਹੋ ਸਕਦੀ ਹੈ, ਇਹਦੇ ਚੋਂ ਕੌੜੇ ਫਿੱਕੇ ਸ਼ਬਦ ਨਿਕਲ ਸਕਦੇ ਨੇ, ਤੇ ਕੀ ਅਰਜ਼ ਹੈ, ਹੌਲੀ ਜੀ ਬਾਹਰ ਨਿਕਲ ਜੋ। ਵੱਧ ਤੋਂ ਵੱਧ ਅਗਲੇ ਹੀ ਕਵੇਗਾ ਨਾ ਭੱਜ ਗਿਆ, ਹੋਰ ਕੀ ਕਵੇਗਾ। ਤੇ ਘਰ ਵਿੱਚ ਭੱਜ ਗਏ ਦੇ ਅਰਥ ਕੀ ਹੁੰਦੇ, ਕੁਝ ਵੀ ਨਹੀਂ ਹੁੰਦੇ। ਜਦੋਂ ਮੁੜ ਕੇ ਆਓਗੇ ਉਦੋਂ ਤੇ ਘਰ ਵਾਲੀ ਦਾ ਗੁੱਸਾ ਵੈਸੇ ਹੀ ਉਤਰਿਆ ਹੋਣਾ ਹੈ, ਕਿਉਂਕਿ ਇਹ ਕੋਈ ਬਹੁਤ ਵੱਡੀਆਂ ਲੀਕਾਂ ਨਹੀਂ ਹੁੰਦੀਆਂ ਪਰਿਵਾਰ ਵਿੱਚ ਜਿਹੜੀਆਂ ਅਸੀਂ ਬਣਾ ਲੈਂਦੇ ਹਾਂ। ਬੜੀ ਛੋਟੀ ਛੋਟੀ ਗੱਲ ਹੁੰਦੀ ਹੈ, ਸੁਭਾਵਕ ਹੈ। ਅਗਰ ਘਰ 'ਚ 4 ਜੀ ਹੋਣਗੇ ਤੇ ਥੋੜਾ ਬਹੁਤਾ ਤੇ ਵਿਚਾਰਾਂ ਦਾ ਮਤਭੇਦ ਤਾਂ ਹਰ ਵਕਤ ਰਹੇਗਾ ਹੀ ਰਹੇਗਾ। ਹੁਣ ਉਹ ਰਿਸ਼ੀ ਜਿਹੜਾ ਸੀ ਗੁੱਸੇ ਆ ਗਿਆ ਵੀ ਤੂੰ ਨਾ ਤੇ ਚੁੱਪ ਕਰਦਾ ਤੇ ਨਾ ਹੀ ਤੂੰ ਮੇਰੀ ਗੱਲ ਮੰਨਦਾ। ਲੋਮਸ ਰਿਸ਼ੀ ਨੂੰ ਗੁੱਸਾ ਆ ਗਿਆ। ਹਾਂਜੀ, ਪਛਨ ਸਹਿਤ ਬੋਲ ਹੈ ਤੇਰੇ, ਬਾਰ ਬਾਰ ਮੂਰਤ ਬਚ ਮੇਰੇ। ਕਹਿਣ ਲੱਗਾ ਕੀ ਪੰਛੀਆਂ ਵਾਂਗੂ ਕਰੀ ਜਾਂਦਾ, ਕਾਂ ਕਾਂ ਕੀ ਕਰੀ ਜਾਂਦਾ, ਤੂੰ ਹਟਦਾ ਹੀ ਨਹੀਂ। ਮੈਂ ਤੈਨੂੰ ਸਮਝਾਇਆ ਵੀ ਇਹ ਨਿਰਗੁਣ ਹੈ, ਤੂੰ ਫਿਰ ਕਹੀ ਜਾਂਦਾ। ਲੋਮਸ ਰਿਸ਼ੀ ਨੇ ਕਿਹਾ ਵੀ ਤੇਰੀ ਬੋਲ ਬਾਣੀ ਪੰਛੀਆਂ ਵਰਗੀ, ਵੀ ਕਾਂ ਕਾਂ ਹੀ ਕਰੀ ਜਾਣਾ, ਨਾ ਗੱਲ ਸੁਣਨੀ ਹੈ ਤੇ ਨਾ ਚੁੱਪ ਕਰਨਾ। ਜੇ ਬਹੁਤਾ ਹੋਵੇ ਤਾਂ ਆਪਾਂ ਕੀ ਕਹਿੰਦੇ, ਕਿਉਂ ਕਾਵਾਂ ਰੌਲੀ ਪਾਈ ਹੈ। ਕਦੇ ਕਿਹਾ ਕਿਸੇ ਨੇ ਵੀ ਤੋਤਾ ਰੌਲੀ ਕਿਉਂ ਪਾਈ ਹੈ, ਕਿਉਂ ਕਬੂਤਰ ਰੌਲੀ ਪਾਈ ਹੈ ਬਈ ਨਾ। ਜੇ ਰੌਲੇ ਰੱਪੇ ਦੀ ਗੱਲ ਆਵੇਗੀ ਤੇ ਉਹਨੂੰ ਕਾਵਾਂ ਰੌਲੀ ਹੀ ਕਿਹਾ ਜਾਏਗਾ। ਕਹਿਣ ਲੱਗਾ ਵੀ ਕਿਉਂ ਕਾਵਾਂ ਰੌਲੀ ਪਾਈ ਜਾਂਦਾ, ਤੂੰ ਹਟਦਾ ਹੀ ਨਹੀਂ। ਹਾਂਜੀ, ਅਧਿਕਾਰੀ ਹਉ ਜਾਣ ਕਏ, ਉਪਦੇਸ਼ਤ ਥੋ ਤੋਹੇ। ਲੋਮਸ ਰਿਸ਼ੀ ਕਹਿਣ ਲੱਗਾ ਮੈਂ ਸੋਚਿਆ ਵੀ ਤੂੰ ਅਧਿਕਾਰੀ ਹੈ, ਕਿ ਤੂੰ ਉਪਦੇਸ਼ ਲੈਣਾ ਚਾਹੁੰਦਾ ਤੇ ਮੈਂ ਤੈਨੂੰ ਦੇ ਦਿੱਤਾ, ਨਹੀਂ ਤੇ ਮੈਂ ਤੇ ਦੇਣਾ ਹੀ ਨਹੀਂ ਸੀ। ਹਾਂਜੀ, ਅਦਮ ਖਗ ਸਬਨ ਤੇ ਸਹੋ, ਸਹੋ ਸ਼ਰਾਪ ਅਬ ਮੋਹੇ। ਕਹਿਣ ਲੱਗੇ ਹੁਣ ਤੂੰ ਅਦਮ ਖੱਗ ਬਣੇਗਾ, ਜਾਂ ਤੈਨੂੰ ਮੈਂ ਸਰਾਫ ਦੇਣਾ ਕਿ ਤੂੰ ਪੰਛੀ ਦੀ ਜੂਨੀ ਭੋਗੇਗਾ। ਹਾਂਜੀ, ਬਾਇਸ ਦੇਹ ਤਬੇ ਮਮ ਭਈ, ਹਾਥ ਬੰਦ ਕਏ ਉਸਤਤ ਕਈ। ਕਾਗ ਪਸੁੰਡ ਰਿਸ਼ੀ ਨੇ ਭਾਈ ਬਾਲੇ ਨੂੰ ਦੱਸਿਆ ਵੀ ਐਦਾਂ ਕਾਂ ਬਣਿਆ ਮੈਂ। ਪਹਿਲਾਂ ਇੱਕ ਆਦਮੀ ਸੀ, ਪਰ ਸ਼ੂਦਰ ਪਰਿਵਾਰ ਵਿੱਚ ਸੀ, ਸ਼ਿਵ ਜੀ ਦਾ ਉਪਾਸ਼ਕ ਬਣ ਗਿਆ, ਰਹਿੰਦਾ ਅਯੁੱਧਿਆ 'ਚ ਸੀ। ਉੱਥੇ ਕਾਲ ਪਿਆ ਤੇ ਉਹ ਜੈਨ ਚਲਾ ਗਿਆ। ਉੱਥੇ ਇੱਕ ਮੈਨੂੰ ਪੰਡਤ ਗੁਰੂ ਮਿਲ ਗਿਆ, ਉਹ ਮੈਨੂੰ ਕਦੇ ਬ੍ਰਹਮਾ ਜੀ ਦੀ ਕਦੇ ਵਿਸ਼ਨੂੰ ਜੀ ਦੀ ਭਗਤੀ ਦੱਸਦਾ ਸੀ, ਮੈਂ ਗੁੱਸਾ ਕਰਦਾ ਸੀ। ਉੱਥੋਂ ਸ਼ਰਾਬ ਮਿਲਿਆ ਮੈਨੂੰ ਮੰਦਿਰ 'ਚੋਂ, ਤੇ ਮੈਂ ਜੂਨੀਆਂ ਦੇ ਗੇੜ ਵਿੱਚ ਪੈ ਗਿਆ। ਫਿਰ ਲੋਮਸ ਰਿਸ਼ੀ ਮਿਲਿਆ, ਉਹਦੇ ਨਾਲ ਫਿਰ ਬਹਿਸ ਮੁਬਾਸਾ ਕੀਤਾ ਤੇ ਮੈਨੂੰ ਕਾਂ ਦੀ ਜੂਨੀ ਮਿਲ ਗਈ। ਇਹ ਪੁੱਛਿਆ ਸੀ ਕਿ ਤੈਨੂੰ ਕਾਂ ਦੀ ਜੂਨੀ ਕਿਵੇਂ ਮਿਲੀ ਹੈ। ਹੁਣ ਇਹ ਧਿਆਨ ਰੱਖਣਾ ਕਿ ਜੇ ਅਸੀਂ ਪਾਠ ਪੂਜਾ ਵੀ ਕਰਨੀ ਹੈ ਨਾ, ਤੇ ਇਹ ਵੀ ਧਿਆਨ ਰੱਖਣਾ ਵੀ ਅਸੀਂ ਇਸ਼ਟਾਂ ਦੇ ਝਗੜੇ ਵਿੱਚ ਨਹੀਂ ਪੈਣਾ, ਤੇ ਜਿਹਨੂੰ ਗੁਰੂ ਮੰਨੀਏ ਫਿਰ ਉਹਦੇ ਨਾਲ ਬਹਿਸ ਮੁਬਾਸਾ ਵੀ ਨਹੀਂ ਕਰਨਾ, ਜਾਂ ਤੇ ਮੰਨੋ ਹੀ ਨਾ ਕਿਸੇ ਨੂੰ। ਪਰ ਜੇ ਮੰਨੋ ਤੇ ਫਿਰ ਤੁਹਾਨੂੰ ਉਹਦਾ ਅਦਬ ਸਨਮਾਨ ਸਤਿਕਾਰ ਇਹ ਵੀ ਆਉਣਾ ਚਾਹੀਦਾ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।